हम मैले उजल कर देवो, हम मैले उजल कर देवो। हलवाई हम मैले उजल कर देवो, हम मैले उजल कर देवो। हम मैले उजल कर देवो, हम मैले उजल कर देवो। हम मैले तुम उजल करते, हम निर्गुण तू दाता। हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकर देसा,
हम मैले उजल कर देवो, हम मैले उजल कर देवो। हम मैले उजल कर देवो, हम मैले उजल कर देवो। हम मैले उजल कर देवो, हम मैले उजल कर देवो। तुम सब साजे साज निवाजे, जियो पिंड दे प्राणा। निर्गुण यारे गुण नहीं कोई, तुम दान देव मेहरबाना। तुम करो भला हूँ भलो न जाने, तुम सदा सदा दयाला। तुम सुखदाई पुरख विधाते, तुम राखो अपने बाला। तुम निधान अटल सुल्तान, जी जंत सब जाचै। कहो नानक हम यह हवाला। रख संतन के पाछे उजल कर देवो, हम मैले उजल कर देवो। हम मैले उजल कर देवो, हम मैले उजल कर देवो। हम मैले उजल कर, हम मैले उजल कर देवो। साध संगत अपने ख्यालों में बाहरों रोक के पूरा अंतर्मुख करो। रचना करके शब्द बोलना, ਕੰਨਾਂ ਨੂੰ ਹਰੀ ਜਸਣ ਵਿੱਚ ਲਗਾ ਦੇਣਾ। ਨੇਤਰਾਂ ਨੂੰ ਗੁਰੂ ਸਰੂਪ ਦੇ ਧਿਆਨ ਤੋਂ ਬਿਨਾਂ ਇੱਧਰ ਉੱਧਰ ਜਾਣ ਦੀ ਇਜਾਜ਼ਤ ਨਾ ਦੇਣੀ। ਬੁੱਧ ਨੂੰ ਵਿਚਾਰ ਵਿੱਚ ਪ੍ਰਵਿਰਤ ਕਰਨਾ। ਇਉਂ ਮਨ ਇਕਾਗਰ ਹੁੰਦਾ, ਮਨ ਟਿਕਦਾ। ਇਹੋ ਜਿਹਾ ਟਿਕਾ ਦਾ ਸਮਾਂ, ਇਕਾਗਰਤਾ ਦਾ ਸਮਾਂ ਬਹੁਤ ਕੀਮਤੀ ਸਮਾਂ ਮੰਨਿਆ। ਇੱਕ ਇੱਕ ਛਿਨ ਕਹਿੰਦੇ ਨੇ ਅੱਖ ਦੇ ਖੋਲ੍ਹਣ ਮੀਟਣ ਮਾਤਰ ਨੂੰ, ਜਾਂ ਸੈਕਿੰਡ ਕਹਿ ਲਓ। ਇਤਨੇ ਸਮੇਂ ਦਾ ਵੀ ਮਹਾਨ ਫਲ ਹੈ। ਇਉਂ ਦੱਸਿਆ, ਕਈ ਕੋਟ ਕੇ ਜਗ ਫਲਾਂ ਸੁਣ ਗਾਵਨ ਹਾਰੇ ਰਾਮ। ਕਈ ਕਰੋੜਾਂ ਯੱਗਾਂ ਦਾ ਫਲ
ਇੱਕ ਛਿੰਦਾ ਕਰੋੜ ਅਸ਼ਮੇਰ ਜਗ ਦਾ ਫਲ। ਜਿਤਨੇ ਛਿਨ ਮਨ ਉਤਨੇ ਕਰੋੜ ਅਸ਼ਮੇਰ ਜਗਾਂ ਦਾ ਫਲ ਪ੍ਰਾਪਤ ਕਰਦਾ ਹੈ ਪ੍ਰਾਨੀ। ਮਾਨੁਖ ਤਨ ਜਿਸ ਦੇ ਵਿੱਚ ਇਸ ਜੀਵਾਤਮਾ ਨੂੰ ਪੰਜ ਪ੍ਰਾਣ, ਪੰਜ ਕਰਮਿੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ ਟੂਲਸ ਮਿਲੇ ਹਨ, ਇਹ ਔਜ਼ਾਰ ਮਿਲੇ ਹਨ ਆਪਣੇ ਪੁੰਨ ਕਰਮਾਂ ਨੂੰ ਵਧਾਉਣ ਵਾਸਤੇ। ਜਿਨ੍ਹਾਂ ਪੁੰਨ ਕਰਮਾਂ ਦਾ ਫਲ ਸੁਖ ਦੀ ਪ੍ਰਾਪਤੀ ਹੈ। ਸੋ ਇਉਂ ਥੋੜ੍ਹੇ ਥੋੜ੍ਹੇ ਵਧਾਉਂਦੇ ਵਧਾਉਂਦੇ ਬਹੁਤ ਜ਼ਿਆਦਾ ਪੁੰਨ ਕਰਮਾਂ ਦਾ ਸੰਗ੍ਰਹਿ, ਪੁੰਨ ਕਰਮਾਂ ਦਾ ਮਜਮੂਆ ਇਕੱਠਾ ਕਰ ਲੈਂਦਾ। ਜਿਵੇਂ ਥੋੜ੍ਹਾ 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 ਧਨ ਇਕੱਠਾ ਕਰਦਾ ਕਰਦਾ ਕੋਈ ਇੱਕ ਦਿਨ ਸੇਠ ਸ਼ਾਹੂਕਾਰ ਬਣ ਜਾਂਦਾ ਹੈ। ਇਸੀ ਤਰ੍ਹਾਂ ਹੀ ਥੋੜ੍ਹਾ ਥੋੜ੍ਹਾ ਭਜਨ ਕਰਦੇ ਕਰਦੇ ਇਹ ਵੀ ਨੁਕਤਾ ਨਿਗਾਹ ਤੇ ਭਗਤ ਬਣ ਜਾਂਦਾ ਹੈ। ਸੋ ਇਉਂ ਇਸ ਦੀ ਸੱਤਾ ਤਾਕਤ ਵੀ ਬਹੁਤ ਵੱਡੀ ਦੱਸੀ ਹੈ। ਇੱਕ ਮਨ ਇੱਕ ਚਿੱਤ ਦੀ, ਜੋ ਹਰਨਾਮ ਤੇ ਆਇੰਦੇ ਸੀ ਵਿਰਲੇ ਥੋੜ੍ਹੇ, ਜੋ ਇੱਕ ਮਨ ਇੱਕ ਚਿੱਤ ਆਰਾਧ ਦੇ, ਤਿਨ ਕੀ ਬਰਕਤ ਖਾਹੇ ਅਸੰਖ ਲਾਖ ਕਰੋੜੇ। ਵਕਤੇ ਅਖੀਰ ਦੀ ਬਾਬਤ ਆਇਓ ਦੱਸੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨ ਆਇਓ। ਵਕਤੇ ਅਖੀਰ ਇੱਕ ਚਿੱਤ ਇਕਾਗਰ ਹੋ ਜਾਏ, ਚਿੱਤ ਕਾਲ ਦੀ ਫਾਸੀ ਤੇ ਬਚ ਜਾਂਦੇ ਇੱਕ ਛਿਨ ਮਾਤਰ। ਤਾਂ ਤੇ ਆਓ ਇਹ ਅਭਿਆਸ, ਇਹ ਸੁਭਾਅ, ਇਹ ਆਦਤ ਜ਼ਿੰਦਗੀ ਵਿੱਚ ਹੀ ਪਕਾਉਣੀ ਪੈਂਦੀ ਹੈ ਅਤੇ ਮਨ ਨੂੰ ਟਿਕਾ ਕੇ ਇਕਾਗਰ ਕਰਕੇ ਹਰੀ ਜਸ ਕਰਨ ਦਾ ਅਭਿਆਸ ਬਣਾਉਣਾ ਚਾਹੀਦਾ ਹੈ। ਬਾਣੀ ਪੜ੍ਹਨ ਸੁਣਨ ਦਾ ਫਲ ਤਾਂ ਬਹੁਤ ਹੈ, ਵਿਚਾਰਨ ਦਾ ਉਦੋਂ ਵੀ ਵਿਸ਼ੇਸ਼ ਫਲ ਹੈ। ਗੁਰਬਾਣੀ ਗੁਰੂ ਰੂਪ ਹੈ। ਕਿਸੇ ਦੇ ਖਿਆਲਾਤ, ਕਿਸੇ ਦੇ ਅਨੁਭਵ, ਕਿਸੇ ਦੇ ਐਕਸਪੀਰੀਅੰਸ, ਤਜਰਬੇ ਉਹਦਾ ਆਪਣਾ ਸਰੂਪ ਹੀ ਹੋਇਆ ਕਰਦੇ ਹਨ। ਇਸੀ ਤਰ੍ਹਾਂ ਹੀ ਗੁਰੂ ਜੀ ਦੀ ਬਾਣੀ, ਉਹਨਾਂ ਦੇ ਆਪਣੇ ਖਿਆਲਾਤ ਹਨ, ਆਪਣਾ ਅਨੁਭਵ ਹੈ, ਆਪਣੇ ਐਕਸਪੀਰੀਅੰਸ ਹਨ, ਆਪਣੇ ਤਜਰਬੇ ਹਨ, ਪਰਮਾਰਥਕ ਤਜਰਬੇ ਹਨ, ਜਿਹੜੇ ਅਸਮਦਾਦੀ ਜੀਵਾਂ ਦੇ ਵਾਸਤੇ, ਸਾਡੇ ਵਾਸਤੇ, ਸਾਡੇ ਲਾਭ ਦੇ ਵਾਸਤੇ ਉਹਨਾਂ ਗੁੰਥਨ ਕਰਕੇ ਰੱਖੇ। ਤਾਂ ਤੇ ਆਓ ਇਸ ਬਾਣੀ ਨੂੰ ਪੜ੍ਹੋ ਵੀ, ਸੁਣੋ ਵੀ, ਵਿਚਾਰੋ ਵੀ, ਪੂਰਾ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਸਮਾਂ ਇੱਕ ਇਹੋ ਜਿਹੀ ਚੀਜ਼ ਹੈ, ਇਹ ਤੁਰਿਆ ਹੀ ਜਾਂਦਾ ਹੈ, ਇਹ ਰੁਕਦਾ ਨਹੀਂ। ਛਿਨ 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 ਕਰਕੇ ਕਿੱਥੇ ਚਲਿਆ ਗਿਆ, ਉਮਰਾਂ ਬੀਤ ਗਈਆਂ, ਯੁੱਗ ਬੀਤ ਗਏ, ਇਹ ਚੱਕਰ ਖਤਮ ਨਹੀਂ ਹੁੰਦਾ, ਚੱਕਰ ਖੜਦਾ ਨਹੀਂ ਹੈ। ਇਸ ਤੋਂ ਲਾਭ ਉਠਾ ਲੈਣਾ, ਇਸ ਨੂੰ ਸਫਲਾ ਕਰ ਲੈਣਾ, ਇਸ ਤੋਂ ਪੂਰਾ ਪੂਰਾ ਫਾਇਦਾ ਉਠਾਉਣਾ ਇਨਸਾਨ ਦਾ ਆਪਣਾ ਪੁਰਸ਼ਾਰਥ ਹੈ, ਆਪਣੀ ਹਿੰਮਤ ਹੈ। ਤਾਂ ਤੇ ਇਸ ਤੋਂ ਪੂਰਾ ਪੂਰਾ ਲਾਭ ਉਠਾਉਣ ਦੀ ਕੋਸ਼ਿਸ਼ ਕਰੋ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ, ਆਵਣ ਨੂੰ ਜੱਗ ਵਿੱਚ ਆ ਗਏ ਨੇ। ਕੋਰ ਆਵਣ ਨੂੰ ਜੱਗ ਵਿੱਚ ਆ, ਆਵਣ ਨੂੰ ਜੱਗ ਵਿੱਚ ਆ ਗਏ ਨੇ। ਬਿਨ ਬੂਝੇ ਬਸ ਕੋਰ ਆਵਣ ਨੂੰ ਜੱਗ ਵਿੱਚ ਆ ਗਏ,
ਮਾਨੁਖ ਤਨ ਦਾ ਪਰਮ ਪ੍ਰਯੋਜਨ, ਏਮ ਆਫ ਦਾ ਲਾਈਫ, ਜ਼ਿੰਦਗੀ ਦਾ ਉਦੇਸ਼ ਵਾਹਿਗੁਰੂ ਦਾ ਭਜਨ ਕਰਕੇ ਉਸ ਦੇ ਵਿੱਚ ਮਿਲ ਕੇ ਪਰਮ ਸੁਖੀ ਹੋਣਾ ਹੈ, ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ। ਕਿਉਂਕਿ ਸੁਖ ਸਰੂਪ ਵਾਹਿਗੁਰੂ ਹੈ, ਉਸ ਤੋਂ ਇਤਰ, ਉਸ ਤੋਂ ਬਿਨਾਂ ਸਭ ਦੁੱਖ ਰੂਪ ਹੈ। ਜਿਹੀ ਜੀ ਵਸਤੂ ਨਾਲ ਮਨ ਦੀ ਅਟੈਚਮੈਂਟ ਹੁੰਦੀ ਹੈ, ਵੈਸੇ ਹੀ ਅਸਰ ਲੈਂਦਾ ਹੈ। ਸੋ ਸੁਖ ਸਰੂਪ ਜੋ ਵਾਹਿਗੁਰੂ ਆਨੰਦ ਦਾ ਸਾਗਰ ਹੈ, ਉਸ ਦੇ ਨਾਲ ਮਨ ਜੁੜਿਆ, ਉਸ ਦੇ ਵਿੱਚ ਲਿਵਲੀਨ ਹੋਇਆਂ ਇਹਨੇ ਸੁਖੀ ਹੋਣਾ ਹੈ। ਜੋ ਕੋਈ ਪਦਾਰਥ ਦੁੱਖ ਰੂਪ ਹੈ, ਉਸ ਦੇ ਵਿੱਚ ਲਿਵਲੀਨ ਹੋਇਆਂ ਇਸਨੂੰ ਦੁੱਖ ਦੀ ਹੀ ਪ੍ਰਾਪਤੀ ਹੋਣੀ ਹੈ। ਤਾਂ ਤੇ ਦੁੱਖ ਤੋਂ ਹਰ ਬੰਦਾ ਡਰਦਾ ਹੈ, ਸੁਖ ਨੂੰ ਹਰ ਇੱਕ ਹੀ ਚਾਹੁੰਦਾ ਹੈ। ਸੁਖ ਦੇ ਵਾਸਤੇ, ਸੁਖ ਦੇ ਜਿਗਿਆਸੂ ਵਾਸਤੇ, ਸੁਖ ਦੇ ਚਾਹਵਾਨ ਵਾਸਤੇ ਸੁਖ ਸਰੂਪ ਵਾਹਿਗੁਰੂ ਦੇ ਨਾਲ ਜੁੜਨ ਦਾ ਉਪਰਾਲਾ ਕਰਨਾ ਪੈਂਦਾ ਹੈ। ਤਾਂ ਤੇ ਇਹ ਮਨੁੱਖ ਤਨ ਦੇ ਵਿੱਚ ਹੀ ਹੋ ਸਕਦਾ ਹੈ। ਉਹ ਵਾਹਿਗੁਰੂ ਦਾ ਭਜਨ ਕਰਕੇ ਅਗਰ ਐਸਾ ਨਾ ਕੀਤਾ ਜਾਏ ਤਾਂ ਉਸ ਦੀ ਬਾਬਤ ਗੁਰੂ ਜੀ ਇਉਂ ਫਰਮਾਉਂਦੇ ਨੇ, ਆਵਨੇ ਆਏ ਸਿਸ਼ਟ ਮੇਂ ਬਿਨ ਬੂਝੇ ਪਸੁਟ ਹੋ। ਮਨੁੱਖ ਤਨ ਧਾਰ ਕੇ ਅਗਰ ਵਾਹਿਗੁਰੂ ਦੀ ਬੰਦਗੀ ਨਾ ਕੀਤੀ, ਉਸ ਦਾ ਭਜਨ ਨਾ ਕੀਤਾ, ਉਸ ਨੂੰ ਮਿਲਣ ਦਾ ਉਪਰਾਲਾ ਨਾ ਕੀਤਾ ਗਿਆ, ਤਾਂ ਇਨਸਾਨੀਅਤ ਤੋਂ, ਇਨਸਾਨੀ ਜਾਮਾ ਹੋਣ ਦੇ ਬਾਵਜੂਦ ਵੀ ਕਰੋੜਾਂ ਕੋ ਦੂਰ ਹੈ ਕਿ ਪਸ਼ੂ, ਹੈਵਾਨ, ਠੋਰ ਨਹੀਂ, ਮਰਿਆ ਹੋਇਆ ਪਸ਼ੂ ਹੈ। ਇਹੋ ਜਿਹਾ ਦਰਜਾ ਗੁਰਬਾਣੀ ਉਹਨਾਂ ਨੂੰ ਦਿੰਦੀ ਹੈ। ਆਵਣ ਨੂੰ ਜਗ ਵਿੱਚ ਆ ਗਏ ਨੇ, ਆਵਣ ਨੂੰ ਜਗ ਵਿੱਚ ਆ ਗਏ ਨੇ, ਬਿਨ ਬੂਝੇ ਪਸਟੋਰ। ਆਵਣ ਨੂੰ ਜਗ ਵਿੱਚ, ਆਵਣ ਨੂੰ ਜਗ ਵਿੱਚ ਆ ਗਏ ਨੇ, ਬਿਨ ਬੂਝੇ ਪਸਟੋਰ। ਆਵਣ ਨੂੰ ਜਗ ਵਿੱਚ, ਆਵਣ ਨੂੰ ਜਗ ਵਿੱਚ ਆ ਗਏ ਨੇ, ਇਹ ਗੁਰਬਾਣੀ ਗੁਰੂ ਜੀ ਉਹਨਾਂ ਸੱਜਣਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ ਜਿਹੜੇ ਇਹ ਕੁਛ ਮੰਨਦੇ ਹਨ। ਮਨੁੱਖ ਤਨ ਧਾਰ ਕੇ ਇਨਸਾਨ ਖਾਣ ਪੀਣ, ਹੱਸਣ ਖੇਡਣ ਵਾਸਤੇ ਹੀ ਆਇਆ ਹੈ। ਈਟ ਐਂਡ ਡਰਿੰਕ ਐਂਡ ਬੀ ਮੈਰੀ, ਨਥਿੰਗ ਐਲਸ। ਜ਼ਿੰਦਗੀ ਦਾ ਹੋਰ ਮੁੱਦਾ ਹੀ ਕੋਈ ਨਹੀਂ, ਇਹ ਸਮਝਦਾ ਹੈ। ਉਹਨਾਂ ਵਾਸਤੇ ਇਉਂ ਉਹਨਾਂ ਦੀ ਗਲਤੀ ਨੂੰ ਦੂਰ ਕਰਨ ਵਾਸਤੇ ਐਸਾ ਉਪਦੇਸ਼ ਕਰਦੇ ਹਨ। ਆਵ ਨਿਆਏ ਸਿਸ਼ਟ ਮੇਂ ਬਿਨ ਬੂਝੇ ਪਸੁ ਹੋ। ਸਤਿਗੁਰੂ ਨਾਨਕ ਦੇਵ ਮਹਾਰਾਜ ਅੱਜ ਜਲੰਧਰ ਦੀ ਸਾਰ ਕਰਦੇ ਕਰਦੇ ਕਿਸੇ ਖੋਰ ਜੰਗਲ ਵਿੱਚ ਬੈਠੇ ਹੋਏ ਮਰਦਾਨਾ ਰਬਾਬ ਵਜਾ ਰਿਹਾ ਹੈ। ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਤੁਹੀਂ ਤੁਹੀਂ ਮੋਹਿਨਾ, ਤੁਹੀਂ ਤੁਹੀਂ ਮੋਹਿਨਾ, ਤੁਹੀਂ ਤੁਹੀਂ ਮੋਹਿਨਾ, ਤੁਹੀਂ ਤੁਹੀਂ ਮੋਹਿਨਾ,
ਕਰੇ ਦਿਖਾਇਓ ਲੋਇਣਾ, ਅੰਤਰ ਬਾਹਰ ਘਟ ਘਟ ਇਤੁਤ ਤੂ ਹੀ ਮੋਹੇ ਨਾ। ਦੁਨੀਆ ਤੇ ਤਿੰਨ ਕਿਸਮ ਦੇ ਲੋਕ ਮੰਨੇ ਗਏ, ਇੱਕ ਅਗਿਆਨੀ, ਦੂਸਰੇ ਜਗਿਆਸੂ, ਤੀਸਰੇ ਗਿਆਨਵਾਨ ਮੁਕਤ ਪੁਰਸ਼। ਉਹਨਾਂ ਦੇ ਖਿਆਲਾਤ ਦੇ ਮੁਤਾਬਕ ਹੀ ਉਹਨਾਂ ਨੂੰ ਇਹ ਦਰਜਾ ਮਿਲਦਾ ਹੈ। ਸੋ ਪਹਿਲੇ ਦਰਜੇ ਦੇ ਲੋਕ ਤਾਂ ਸੰਸਾਰ ਦੇ ਵਿੱਚ ਇਹੋ ਜਿਹੀ ਸਮਝੋ ਜਿਹੜੇ ਕਹਿੰਦੇ ਨੇ ਖਾਓ ਪੀਓ ਤੇ ਦੂਜਿਆਂ ਦਾ ਕੁਛ ਨਹੀਂ, ਭਾਵੇਂ ਕਿਵੇਂ ਵੀ ਕਰੋ, ਕਿਸੇ ਨੂੰ ਲੁੱਟੋ ਪੁੱਟੋ, ਕਿਸੇ ਨੂੰ ਦੁੱਖ ਦਿਓ, ਤਕਲੀਫ ਦਿਓ, ਕਸ਼ਟ ਦਿਓ, ਆਪਣਾ ਪੇਟ ਭਰੋ। ਦੂਸਰੇ ਦਰਜੇ ਦੇ ਉਹ ਲੋਕ ਹਨ ਜਿਹਨੂੰ ਸਮਝ ਪੈ ਚੁੱਕੀ ਹੈ, ਉਹ ਦੁੱਖਾਂ ਤੋਂ ਬਰੀ ਹੋਣ ਦੀ ਇੱਛਾ ਰੱਖਦੇ, ਕੋਸ਼ਿਸ਼ ਕਰਦੇ ਹਨ। ਤੀਸਰੇ ਉਹ ਲੋਕ ਹਨ ਜਿਹੜੇ ਮੁਕਤ ਹੋ ਚੁੱਕੇ ਨੇ, ਦੁੱਖਾਂ ਤੋਂ ਬਰੀ ਹੋ ਚੁੱਕੇ ਨੇ। ਸੋ ਇੱਕ ਦ੍ਰਿਸ਼ਟਾਂਤ ਮਿਸਾਲ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗੀ। ਇੱਕ ਸ਼ੀਸ਼ ਮਹਿਲ ਹੈ, ਸ਼ੀਸ਼ਿਆਂ ਦਾ ਮਹਲ ਬਣਿਆ ਹੈ, ਉਸ ਦੇ ਅੰਦਰ ਸ਼ੀਸ਼ੇ ਦੇ ਹੀ ਟੁਕੜੇ ਲੱਗੇ ਨੇ ਥਾਂ ਤੋਂ। ਉਸ ਸ਼ੀਸ਼ ਮਹਿਲ ਵਿੱਚ ਇੱਕ ਕੁੱਤਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਮੂੰਹ ਦੇ ਵਿੱਚ ਰੋਟੀ ਦੀ ਗਰਾਹੀ ਹੈ, ਟੁੱਕ ਦੀ ਬੁਰਕੀ ਹੈ। ਉਹ ਉਸ ਸ਼ੀਸ਼ ਮਹਿਲ ਵਿੱਚ ਪ੍ਰਵੇਸ਼ ਕਰ ਜਾਂਦਾ ਹੈ। ਸ਼ੀਸ਼ੇ ਦਾ ਸੁਭਾਵ ਹੈ ਜੋ ਉਹਦੇ ਵੱਲ ਤੱਕੀ ਉਹਦਾ ਜਵਾਬ ਹੀ ਦੇਣਾ। ਜਿੱਧਰੋਂ ਮੂੰਹ ਉਠਾ ਕੇ ਦੇਖਦਾ ਕੁੱਤਾ, ਉਹਨੂੰ ਐਸਾ ਪ੍ਰਤੀਤ ਹੁੰਦਾ ਸਾਹਮਣੇ ਕੋਈ ਕੁੱਤਾ ਖੜਾ ਜਿਹਦੇ ਮੂੰਹ ਦੇ ਵਿੱਚ ਰੋਟੀ ਹੈ, ਰੋਟੀ ਦੀ ਗਰਾਹੀ ਹੈ। ਉਹਨੂੰ ਇਹ ਤਾਂ ਨਹੀਂ ਸਮਝ ਵੀ ਮੇਰਾ ਆਪਣਾ ਅਕਸ਼ ਹੈ, ਇੰਨੀ ਸਮਝ ਨਹੀਂ, ਕੋਈ ਹੋਰ ਕੁੱਤਾ ਸਮਝਦਾ ਹੈ। ਕੁੱਕਰ ਦਾ ਸੁਭਾਵ ਹੈ, ਭਾਵੇਂ ਕਿਤਨਾ ਵੀ ਰੱਜਿਆ ਕਿਉਂ ਨਾ ਹੋਵੇ, ਦੂਸਰੇ ਤੋਂ ਖੋਹਣ ਦੀ ਕੋਸ਼ਿਸ਼ ਕਰਨੀ, ਇਹ ਉਹਦਾ ਸੁਭਾਵ ਹੀ ਹੁੰਦਾ ਕੁਦਰਤ ਵੱਲੋਂ। ਸੋ ਸਾਹਮਣੇ ਸ਼ੀਸ਼ੇ ਵਿੱਚ ਆਪਣਾ ਅਕਸ਼ ਦੇਖ ਕੇ ਉਸ ਨੂੰ ਨਾ ਜਾਣਨ ਕਰਕੇ ਹੋਰ ਕੋਈ ਦੂਸਰਾ ਕੁੱਤਾ ਸਾਹਮਣੇ ਖੜਾ, ਉਹਦੇ ਮੂੰਹ ਦੇ ਵਿੱਚ ਰੋਟੀ ਹੈ, ਟੁੱਕ ਦੀ ਗਰਾਹੀ ਹੈ, ਖੋਹਣ ਦੇ ਵਾਸਤੇ ਦੌੜ ਕੇ ਜਾਂਦਾ, ਦੌੜ ਕੇ ਸ਼ੀਸ਼ੇ ਵੱਲ ਜਾਂਦਾ ਅੱਗੇ। ਚੂੰਕਿ ਸ਼ੀਸ਼ਾ ਹੈ ਉਹਦਾ ਆਪਣਾ ਹੀ ਇੱਕ ਸੀ, ਉਹ ਤਾਂ ਸ਼ੀਸ਼ੇ ਦੇ ਵਿੱਚ ਜਾ ਕੇ ਸਿਰ ਵੱਜਦਾ, ਟੱਕਰ ਵੱਜਦੀ ਹੈ, ਦਿਮਾਗ ਦੇ ਵਿੱਚ ਸੱਟ ਵੱਜਦੀ ਹੈ। ਸੱਟ ਵੱਜਣ ਕਰਕੇ ਕੁਝ ਦੇਰ ਚੱਕਰ ਆਉਂਦਾ ਹੈ, ਫਿਰ ਥੋੜ੍ਹੀ ਜਿਹੀ ਹੋਸ਼ ਆਉਂਦੀ ਹੈ, ਫਿਰ ਮੂੰਹ ਉਠਾ ਕੇ ਦੇਖਦਾ ਹੈ, ਉਹ ਫਿਰ ਉਹੀ ਉਹਦਾ ਆਪਣਾ ਅਕਸ਼ ਦਿੰਦਾ ਹੈ, ਫਿਰ ਉਸ ਤੋਂ ਖੋਹਣ ਦੀ ਕੋਸ਼ਿਸ਼ ਕਰਦਾ ਹੈ। ਇਸੀ ਤਰ੍ਹਾਂ ਟੱਕਰਾਂ ਮਾਰ ਮਾਰ ਕੇ ਇਹਨੇ ਆਪਣੇ ਆਪ ਤੋਂ ਰੋਟੀ ਦੀ ਗਰਾਹੀ ਖੋਹਣ ਵਾਸਤੇ ਟੱਕਰਾਂ ਮਾਰ ਮਾਰ ਕੇ ਸ਼ੀਸ਼ ਮਹਿਲ ਵਿੱਚ ਹੀ ਦੁੱਖਾਂ ਸਹਿਤ ਪ੍ਰਾਣ ਦੇ ਦਿੰਦਾ ਹੈ। ਦੂਸਰੇ ਉਸੀ ਸ਼ੀਸ਼ ਮਹਿਲ ਦੇ ਵਿੱਚ ਇੱਕ ਬੱਚਾ ਪ੍ਰਵੇਸ਼ ਕਰ ਜਾਂਦਾ ਹੈ, ਜਿਹਦੇ ਕੇਸ ਖਿਲਰੇ ਹੋਏ ਹਨ। ਸਮਝ ਨਹੀਂ, ਚੂੰਕਿ ਬੱਚਾ ਹੈ, ਜਿੱਧਰ ਨੂੰ ਮੂੰਹ ਉਠਾ ਕੇ ਦੇਖਦਾ ਉਹਦਾ ਆਪਣਾ ਆਪ ਹੀ ਦਿਸਣਾ ਹੋਇਆ। ਇਉਂ ਪ੍ਰਤੀਤ ਹੁੰਦਾ ਕੋਈ ਸਾਹਮਣੇ ਭੂਤ ਖੜਾ ਹੈ, ਹਾਲਾਂਕਿ ਉਹਦਾ ਆਪਣਾ ਅਕਸ਼ ਹੈ, ਪਰ ਸਮਝ ਨਾ ਹੋਣ ਕਰਕੇ ਦੂਜਾ ਸਮਝਦਾ ਹੈ। ਸੋ ਭੂਤ ਸਮਝ ਕੇ ਡਰਦਾ ਹੈ, ਸਹਿਮਦਾ ਹੈ, ਦਿਲ ਘਬਰਾਉਂਦਾ ਹੈ, ਤੇ ਯਾਨੀ ਘਬਰਾਹਟ ਪੈਦਾ ਹੋ ਕੇ ਬਾਰ ਬਾਰ ਇਸੀ ਤਰ੍ਹਾਂ ਉੱਥੇ ਦੁੱਖ ਵਿੱਚ ਉਹਦਾ ਸਮਾਂ ਗੁਜ਼ਰ ਜਾਂਦਾ ਹੈ। ਉਸੀ ਸ਼ੀਸ਼ ਮਹਿਲ ਦੇ ਵਿੱਚ ਇੱਕ ਸਿਆਣਾ ਆਦਮੀ, ਕੋਈ ਬੂਟਡ ਸੁਟਿਡ ਆਦਮੀ ਪ੍ਰਵੇਸ਼ ਕਰ ਜਾਂਦਾ ਹੈ। ਸਮਝ ਰੱਖਦਾ ਹੈ, ਉਸਨੂੰ ਅਕਲ ਹੈ ਵੀ ਸ਼ੀਸ਼ੇ ਵਿੱਚ ਜਦੋਂ ਦੇਖੀ ਆਪਣਾ ਅਕਸ਼ ਦਿਸਣਾ ਹੋਇਆ, ਜਿਸ ਤਰਫ ਦੇਖਦਾ ਹੈ ਆਪਣਾ ਹੀ ਆਪ ਦੀਂਦਾ, ਆਪਣਾ ਅਕਸ਼ ਦੀਂਦਾ ਹੈ, ਉਸ ਨੂੰ ਦੇਖ ਕੇ ਖੁਸ਼ ਹੁੰਦਾ। ਹੋਰ ਪਾਸੇ ਦੇਖਦਾ ਉੱਧਰ ਵੀ ਸ਼ੀਸ਼ਾ ਹੈ, ਆਪਣਾ ਹੀ ਅਕਸ਼ ਦੀਂਦਾ ਉਹਨੂੰ ਦੇ। ਇਉਂ ਉਸ ਦਾ ਸਮਾਂ ਕਿਹੋ ਜਿਹੀ ਖੁਸ਼ੀ ਵਿੱਚ ਗੁਜ਼ਰਦਾ ਹੈ। ਇਹ ਦ੍ਰਿਸ਼ਟਾਂਤ ਮਿਸਾਲ ਹੈ। ਸੰਸਾਰਿਕ ਸ਼ੀਸ਼ ਮਹਿਲ ਦੀ ਨਿਆਈ ਜਿਤਨੇ ਸਰੀਰ ਹਨ ਮਾਨੋ ਸ਼ੀਸ਼ਿਆਂ ਦੇ ਟੁਕੜੇ ਹਨ, ਸਾਰਿਆਂ ਦੇ ਵਿੱਚ ਆਪਣਾ ਹੀ ਆਪਾ ਹੈ। ਪਹਿਲੇ ਦਰਜੇ ਦੇ ਉਹ ਲੋਕ ਹਨ ਕੁੱਕਰ ਬਿਰਤੀ ਵਾਲੇ, ਜਿਹੜੇ ਦੂਸਰੇ ਦੇ ਹੱਕਾਂ ਨੂੰ ਵੀ ਖੋਹਣ ਦੀ ਕੋਸ਼ਿਸ਼ ਕਰਦੇ ਹਨ। ਦੂਸਰਾ ਔਖਾ ਹੋਵੇ, ਤੰਗ ਹੋਵੇ, ਕਿਤਨੀ ਤਕਲੀਫ ਹੈ, ਕੋਈ ਪਰਵਾਹ ਨਹੀਂ, ਪਰ ਖੁਦਗਰਜ਼ੀ ਉਹਨਾਂ ਦੇ ਚਿੱਤ ਵਿੱਚ ਇਤਨੀ ਬੈਠੀ ਹੁੰਦੀ ਹੈ, ਤਾਂ ਆਪਣੇ ਪੇਟ ਤੇ ਹੀ ਧਿਆਨ। ਉਹਨਾਂ ਨੂੰ ਕੁੱਕਰ ਬਿਰਤੀ ਵਾਲੇ ਲੋਕ ਕਿਹਾ ਜਾਂਦਾ ਹੈ।
ਸੋ ਪਹਿਲੇ ਦਰਜੇ ਦੇ ਲੋਕ ਹਨ ਸੰਸਾਰ ਵਿੱਚ ਅਗਿਆਨੀ ਭੁੱਲੜ। ਦੂਸਰੇ ਦਰਜੇ ਦੇ ਉਹ ਹਨ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹ ਕਿਸੇ ਨੂੰ ਤੰਗ ਨਹੀਂ ਭਾਵੇਂ ਕਰਦੇ, ਲੇਕਿਨ ਉਹਨਾਂ ਨੂੰ ਸਮਝਣੇ ਵੀ ਸਾਰਿਆਂ ਸਰੀਰਾਂ ਵਿੱਚ ਮੇਰਾ ਆਪਣਾ ਨਿਜ ਸਰੂਪ ਹੀ ਵਸਾ ਰੱਖਦਾ ਹੈ। ਅਗਿਆਨ ਭੁੱਲ ਦਾ ਪੜਦਾ ਪਿਆ ਹੋਇਆ ਹੈ, ਇਸ ਕਰਕੇ ਉਹ ਭੈ ਵਿੱਚ ਵਸਦੇ ਹਨ। ਸੋ ਉਹਨਾਂ ਦੀ ਜ਼ਿੰਦਗੀ ਵੀ ਸੁਖਦਾਈ ਨਹੀਂ, ਹਾਂ ਕੋਸ਼ਿਸ਼ ਉਹ ਕਰਦੇ ਰਹਿੰਦੇ ਹਨ। ਤੀਸਰੇ ਦਰਜੇ ਦੇ ਉਹ ਲੋਕ ਹਨ ਜਿਹੜੇ ਸਭ ਦੇ ਵਿੱਚ ਆਪਣਾ ਆਪਾ ਦੇਖਦੇ, ਸਾਰਿਆਂ ਸਰੀਰਾਂ ਵਿੱਚ ਇੱਕੋ ਹੀ ਜੋਤ ਪ੍ਰਕਾਸ਼ਦੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਇਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਘਟ ਘਟ ਮੈਂ ਹਰਜੂ ਵਸੈ ਸੰਤਨ ਕਿਹੋ ਪੁਕਾਰ, ਕਉ ਨਾਨਕ ਤੇ ਭਜ ਮਨਾ ਭਉ ਨਿਧ ਉਤਰੇ ਹਾਰ। ਹਸਤੀ ਚੀਟੀ ਤਰਨ ਲਓ ਆਦਨ, ਇੱਕ ਅਖੰਡ ਵਸੇ ਅਨਾਦਨ। ਪੀੜੀ ਤੋਂ ਲੈ ਕੇ ਬ੍ਰਹਮਾ ਤੱਕ ਸਾਰਿਆਂ ਵਿੱਚ ਇੱਕੋ ਹੀ ਅਖੰਡ ਵਾਹਿਗੁਰੂ ਵਸਦਾ ਹੈ। ਜਿਹਨਾਂ ਦੀ ਇਹੋ ਜਿਹੀ ਦ੍ਰਿਸ਼ਟੀ, ਇਹੋ ਜਿਹਾ ਨਿਸ਼ਟਾ ਹੈ, ਉਹਨਾਂ ਨੂੰ ਤਤਵੇਤੇ ਬ੍ਰਹਮ ਗਿਆਨੀ ਆਦਿ ਕਿਹਾ ਜਾਂਦਾ। ਉਹ ਮੁਕਤ ਹੋ ਚੁੱਕੇ, ਦੁੱਖਾਂ ਤੋਂ ਬਰੀ ਹੋ ਗਏ, ਇੱਥੇ ਜੀਵਨ ਮੁਕਤ ਹਨ। ਕਿਸੇ ਨੂੰ ਤੰਗ ਤਾਂ ਕੀ ਕਰਨਾ, ਦੂਸਰੇ ਨੂੰ ਸੁਖ ਦੇਣ ਦੀ ਕੋਸ਼ਿਸ਼ ਉਹਨਾਂ ਦੀ ਹੈ, ਅਤੇ ਬਾਕੀ ਆਪਣੀ ਜ਼ਿੰਦਗੀ ਸੁਖ ਸ਼ਾਂਤੀ ਵਿੱਚ ਗੁਜ਼ਰਦੀ ਹੈ। ਹੋਰਨਾਂ ਨੂੰ ਅਧਿਕਾਰੀ ਜਨ ਇਸ ਮਾਰਗ ਵਿੱਚ ਪ੍ਰਵਿਰਤ ਕਰਦੇ ਨੇ। ਉਹਨਾਂ ਲੋਕਾਂ ਵਾਸਤੇ ਜਿਹਾ ਜਿਹਾ ਦਰਜਾ ਵੈਸੀ ਹੀ ਬਾਣੀ ਉਚਾਰਨ ਕੀਤੀ। ਭਿਆਨਕ ਰੌਚਕ ਯਥਾਰਥ ਤਿੰਨ ਕਿਸਮ ਦੀ ਹੀ ਬਾਣੀ, ਤਿੰਨ ਕਿਸਮ ਦੇ ਅਧਿਕਾਰੀਆਂ ਵਾਸਤੇ ਇਹ ਸ਼ਬਦ ਗੁਰੂ ਜੀ ਨੇ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਦੀ ਦ੍ਰਿਸ਼ਟੀ ਸਮ ਹੈ, ਉਹ ਜਿਹੇ ਪੁਰਸ਼ਾਂ ਵਾਸਤੇ ਉਹਨਾਂ ਦੀ ਅਵਸਥਾ ਨੂੰ ਜ਼ਾਹਰ ਕਰਦਿਆਂ ਉਚਾਰਨ ਕੀਤਾ ਹੈ। ਤੁਹੀਂ ਤੁਹੀਂ ਮੋਹਿਨਾ, ਤੁਹੀਂ ਤੁਹੀਂ ਮੋਹਿਨਾ, ਤੁਹੀਂ ਤੁਹੀਂ ਮੋਹਿਨਾ, ਤੁਹੀਂ ਤੁਹੀਂ ਮੋਹਿਨਾ। ਸ਼ਬਦ ਦਾ ਗੁਰੂ ਬਾਬਾ ਜੀ ਨੇ ਬਾਰ-ਬਾਰ ਅਲਾਪ ਕੇ ਉਚਾਰਨ ਕੀਤਾ। दूर तक आवाज़ पहुंची, जंगल सी बियाबान से सुनसान से दूर तक आवाज़ पहुंची। जिथे जिथे तक शब्द की आवाज़ गई,
ਹਰ ਵਸਤੂ ਨੂੰ ਸ਼ੁੱਧੀ ਪਵਿੱਤਰਤਾ ਹਾਸਲ ਹੋਈ। ਦੁਨੀਆ ਵਿੱਚ ਸ਼ੁੱਧ ਵਸਤੂ ਵਾਹਿਗੁਰੂ ਜਾਂ ਉਸ ਦਾ ਨਾਮ ਹੀ ਹੈ, ਔਰ ਸਭ ਅਸ਼ੁੱਧ ਅਸਤ ਜੜ ਦੁੱਖ ਰੂਪ ਪਰਛਿਨ ਹੀ ਹੈ। ਸੋ ਇਹ ਵਾਹਿਗੁਰੂ ਦਾ ਨਾਮ ਜਿਸ ਥਾਂ ਬੈਠ ਕੇ ਜਪਿਆ ਜਾਵੇ ਉਸ ਥਾਂ ਨੂੰ ਵੀ ਪਵਿੱਤਰ ਮੰਨਿਆ ਜਾਂਦਾ। ਜਿੱਥੇ ਨਾਮ ਜਪੀਏ ਪਰਬ ਪਿਆਰੇ, ਸਹੀ ਅਸਥਲ ਸਵੈਨ ਚਵਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀ। ਉਹ ਥਾਂ ਨੂੰ ਪਵਿੱਤਰ ਮੰਨਿਆ ਜਿੱਥੇ ਪ੍ਰਭੂ ਦਾ ਵਾਹਿਗੁਰੂ ਦਾ ਜਸ ਹੋਵੇ, ਵਾਹਿਗੁਰੂ ਦਾ ਭਜਨ ਹੋਵੇ। ਜਿੱਥੇ ਨਾਮ ਜਪੀਏ ਪਰਬ ਪਿਆਰੇ, ਸਹੀ ਅਸਥਲ ਸਵੈਨ ਚੁਬਾਰੇ। ਨਾਮ ਜਪੀਏ ਪਰਬ ਪਿਆਰੇ, ਸਹੀ ਅਸਥਲ ਸਵੈਨ ਚੁਬਾਰੇ। ਜਪੀਏ ਪਰਬ ਪਿਆਰੇ, ਸਹੀ ਅਸਥਲ ਸਵੈਨ ਚੁਬਾਰੇ। ਨਾਮ ਜਪੀਏ ਪਰਬ ਪਿਆਰੇ, ਸਹੀ ਅਸਥਲ ਸਵੈਨ ਚੁਬਾਰੇ। ਅਸਲ ਸਵੈਨ ਚੁਬਾਰੇ, ਅਸਲ ਸਵੈਨ ਚੁਬਾਰੇ। ਅਸਲ ਸਵੈਨ ਚੁਬਾਰੇ, ਅਸਲ ਸਵੈਨ ਚੁਬਾਰੇ। ਅਸਲ ਸਵੈਨ ਚੁਬਾਰੇ, ਅਸਲ ਸਵੈਨ ਚੁਬਾਰੇ। ਨਾਮ ਜਪੀਏ ਪਰਬ ਪਿਆਰੇ, ਸਹੀ ਅਸਲ ਸਵੈਨ ਚੁਬਾਰੇ। ਨਾਮ ਜਪੀਏ ਪਰਬ ਪਿਆਰੇ, ਸਹੀ ਅਸਲ ਸਵੈਨ ਚੁਬਾਰੇ। ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਉਹ ਥਾਂ ਭਾਵੇਂ ਵੈਰਾਨ ਥਾਂ ਵੀ ਹੋਵੇ, ਉਹ ਵੀ ਸ਼ੋਭਨੀਕ ਤੇ ਪਵਿੱਤਰ ਮੰਨਿਆ ਜਾਂਦਾ। ਕਿਸੇ ਸਮੇਂ ਸ਼ਿਵ ਜੀ ਔਰ ਪਾਰਵਤੀ ਘੋਰ ਜੰਗਲ ਵਿੱਚ ਵਿਚਰ ਰਹੇ ਹਨ। ਸ਼ਿਵ ਜੀ ਕਿਸੇ ਵੈਰਾਨ ਥਾਂ ਟਿੱਬੇ ਨੂੰ ਵਾਰ-ਵਾਰ ਮੱਥੇ ਟੇਕੀ ਜਾਂਦੇ ਹੈ। ਉਹਨਾਂ ਨੂੰ ਦੇਖ ਕੇ ਪਾਰਵਤੀ ਪੁੱਛਣ ਲੱਗੀ, ਮਹਾਰਾਜ ਕੋਈ ਇਹੋ ਜਿਹਾ ਥਾਂ ਤਾਂ ਦੀਂਦਾ ਨਹੀਂ ਜੋ ਮੱਥੇ ਟੇਕਣ ਯੋਗ ਹੋਵੇ। ਇਹ ਤਾਂ ਵੈਰਾਨ ਥਾਂ ਹੈ, ਰੋਹੀ ਹੈ, ਉਜਾੜ ਹੈ। ਆਪ ਇੱਥੇ ਮੱਥੇ ਟੇਕਦੇ ਹੋ, ਇਸ ਦਾ ਕੀ ਕਾਰਨ ਹੈ? ਸ਼ਿਵ ਜੀ ਕਹਿਣਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ। ਇਹ ਥਾਂ 'ਤੇ ਬੈਠ ਕੇ ਕਿਸੇ ਰੱਬ ਦੇ ਪਿਆਰੇ ਨੇ ਬੰਦਗੀ ਕੀਤੀ ਹੈ। ਬੰਦਗੀ ਦੇ ਪ੍ਰਭਾਵ ਕਰਕੇ ਇਹ ਪਵਿੱਤਰ ਹੈ। ਇਹ ਜੇ ਥਾਂ ਹੀ ਤੀਰਥ ਰੂਪ ਮੰਨੇ ਜਾਂਦੇ ਤਾਂ ਤੇ ਇਹ ਨਮਸਕਾਰ ਕਰਨ ਯੋਗ ਹੀ ਹੈ।
ਦੁਨੀਆ ਦੇ ਵਿੱਚ ਅਗਰ ਵਿਗਿਆਨਕ ਤੌਰ 'ਤੇ ਦੇਖਿਆ ਜਾਵੇ, ਕਿਸੇ ਮਕਾਨ ਵਿੱਚ ਜਾਂ ਕਿਸੇ ਕਮਰੇ ਵਿੱਚ ਕੋਈ ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਵੇ, ਉੱਥੇ 10-12 ਦਿਨ ਵਾਸਤੇ ਉਹਦੇ ਕਿਰਮ ਰਹਿ ਜਾਇਆ ਕਰਦੇ ਹਨ। ਕਿਸੇ ਮਕਾਨ ਦੇ ਵਿੱਚ ਟੀਵੀ ਦਾ ਮਰੀਜ਼, ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ ਡਾਕਟਰ ਲੋਕ ਮੰਨਦੇ ਹਨ ਵੀ 6 ਮਹੀਨੇ ਵਾਸਤੇ ਟੀਵੀ ਦੇ ਜਰਮਜ਼ ਰਹਿ ਜਾਂਦੇ ਹੁੰਦੇ ਨੇ। ਹਾਲਾਂਕਿ ਉਹ ਨਜ਼ਰ ਨਹੀਂ ਆਉਂਦੇ, ਦੀਂਦੇ ਨਹੀਂ, ਇਤਨੇ ਸੂਖਸ਼ਮ ਹੁੰਦੇ ਹਨ। ਜੇ ਉੱਥੇ ਕਿਸੇ ਤੰਦਰੁਸਤ ਆਦਮੀ ਦੀ ਰਿਹਾਇਸ਼ ਹੋ ਜਾਵੇ, ਉਸ ਨੂੰ ਪੂਰਾ ਅਸਰ ਕਰਦੇ ਨੇ, ਬਿਮਾਰੀਆਂ ਚੰਬੜਦੀਆਂ। ਸੋ ਜਦੋਂ ਦੁਨਿਆਵੀ ਬਿਮਾਰੀਆਂ ਆਦਿ ਦੀ ਇਹੋ ਜਿਹੀ ਹਾਲਤ ਹੈ, ਤੇ ਜਿਸ ਥਾਂ ਕੋਈ ਪਰਮੇਸ਼ਰ ਦੇ ਭਜਨ ਕਰਨ ਵਾਲਾ ਰਹਿ ਜਾਏ, ਉਸ ਥਾਂ ਦੇ ਵਿੱਚ ਵੀ ਕਿਤਨੇ ਪੀਸ ਆਫ ਮਾਈਂਡ ਦੇ, ਮਨ ਦੀ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਰਮਜ਼ ਰਹਿਣਗੇ। ਲਾਜ਼ਮੀ ਚੀਜ਼ ਹੈ। ਸੋ ਇਸ ਕਰਕੇ ਸ਼ਿਵ ਜੀ ਕਹਿੰਦੇ ਨੇ, ਪਾਰਵਤੀ ਇਹ ਥਾਂ ਪਵਿੱਤਰ ਹੈ। ਕਿਸੇ ਸਾਈਂ ਦੇ ਪਿਆਰੇ ਨੇ, ਰੱਬ ਦੇ ਪਿਆਰੇ ਨੇ ਇਹ ਥਾਂ ਬੈਠ ਕੇ ਬੜੀ ਬੰਦਗੀ ਕੀਤੀ ਹੋਈ ਹੈ। ਇਸ ਵਾਸਤੇ ਇਹ ਥਾਂ ਨਮਸਕਾਰ ਕਰਨ ਯੋਗ ਹੀ ਹੈ। ਤਾਂ ਤੇ ਗੁਰੂ ਜੀ ਫਰਮਾਉਂਦੇ ਹੈ, ਗੁਰੂ ਅਰਜਨ ਦੇਵ ਮਹਾਰਾਜ, ਜਿੱਥੇ ਨਾਮ ਜਪੀਏ ਪਰਬ ਪਿਆਰੇ, ਸਹੀ ਅਸਥਲ ਸੋਇਨ ਚਵਾਰੇ। ਇਹ ਵਾਹਿਗੁਰੂ ਜਿੱਥੇ ਨਾ ਜਪੀਂਦਾ ਤੇਰਾ, ਉਹ ਵੈਰਾਨ ਥਾਂ ਵੀ ਸ਼ੋਭਨੀਕ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ। ਜਿੱਥੇ ਤੇਰਾ ਭਜਨ ਨਹੀਂ ਹੁੰਦਾ, ਭਾਵੇਂ ਘੁੱਗ ਵਸੋਂ ਵੀ ਹੈ, ਉਹ ਵੀ ਉਜਾੜ ਰੂਪ ਮੰਨਿਆ ਜਾਂਦਾ ਹੈ। ਕਿਸੇ ਸਮੇਂ ਕਾਸ਼ੀ ਵਿੱਚ ਕਬੀਰ ਜੀ ਦੇ ਸਮੇਂ ਵਿੱਚ ਇੱਕ ਕੋਈ ਵੱਡਾ ਭਾਰਾ ਮੇਲਾ ਲੱਗਿਆ। ਸ਼ਹਿਰ ਦੇ ਵਿੱਚ ਕੁਝ ਸੱਜਣ ਕਬੀਰ ਜੀ ਦੇ ਪਾਸ ਆਏ। ਕਬੀਰ ਜੀ ਨੂੰ ਕਹਿਣ, ਭਗਤ ਜੀ ਚਲੋ ਤੁਸੀਂ ਵੀ ਮੇਲਾ ਦੇਖ ਆਓ। ਕਬੀਰ ਜੀ ਕਹਿੰਦੇ, ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਨਹੀਂ ਹੁੰਦਾ, ਸਤਸੰਗ ਹੋਇਆ ਕਰਦਾ ਹੈ। ਮੇਲਿਆਂ 'ਚ ਜਾਣ ਕਰਕੇ ਬਿਰਤੀ ਚੰਚਲ ਹੁੰਦੀ ਹੈ, ਚੰਚਲ ਬਿਰਤੀ ਦੁੱਖ ਦਾ ਕਾਰਨ ਹੈ। ਸਤਸੰਗ ਵਿੱਚ ਜਾਣ ਕਰਕੇ ਬਿਰਤੀ ਅਚਲ ਹੁੰਦੀ ਹੈ, ਅਚਲ ਬਿਰਤੀ ਸੁਖਦਾਈ ਹੋਇਆ ਕਰਦੀ ਹੈ। ਅਤੇ ਸੰਤਾਂ ਭਗਤਾਂ ਦਾ ਵਿਸ਼ਾ ਜਿਹੜਾ ਹੈ, ਮੇਲੇ ਨਹੀਂ, ਸਤਸੰਗ ਹੋਇਆ ਕਰਦਾ ਹੈ। ਪਰ ਭਲਾ ਚੰਗਾ, ਜੇ ਤੁਹਾਡਾ ਖਿਆਲ ਹੈ ਚੱਕਰ ਮਾਰੇ ਹੋਣੇ ਹਾਂ, ਇਸ ਗੱਲ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਫਰੀਦਾ ਸੁੱਤਿਆ ਦੁਨੀਆ ਦੇਖਣ ਜਾਏ, ਕੋਈ ਮਿਲ ਜੇ ਬਖਸ਼ਿਆ ਰੱਬ ਦਾ, ਤੂੰ ਵੀ ਬਖਸ਼ਿਆ ਜਾ। ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਚੱਲੇ ਹੋਣੇ, ਕੋਈ ਮਿਲ ਜੇ ਰੱਬ ਦਾ ਬੰਦਾ। ਸੋ ਕਬੀਰ ਜੀ ਉਹਨਾਂ ਨਾਲ ਚੱਲ ਪੈਂਦੇ ਹਨ। ਸਾਰੇ ਸ਼ਹਿਰ ਦੇ ਵਿੱਚ ਫਿਰੇ, ਥਾਂ ਚੱਕਰ ਲਗਾਇਆ। ਸ਼ਾਮ ਹੋ ਗਈ, ਵਾਪਸ ਹੋ ਗਏ। ਵਾਪਸੀ ਦੇ ਵਿੱਚ ਉਹਨਾਂ ਸੱਜਣਾ ਜ਼ਿਕਰ ਕੀਤਾ, ਭਗਤ ਜੀ ਦੇਖੋ ਕਿਤਨੀ ਰੌਣਕ ਸੀ, ਕਿਤਨਾ ਇਕੱਠ ਵੱਠ ਸੀ। ਸੋ ਇਹ ਉਹਨਾਂ ਦੀ ਗੱਲ ਸੁਣ ਕੇ ਕਬੀਰ ਜੀ ਉਹਨਾਂ ਪਰਥਾਏ ਇੱਕ ਸ਼ਲੋਕ ਉਚਾਰਨ ਕਰਕੇ ਦੱਸਦੇ ਨੇ, ਕਹਿਣਗੇ ਤੁਹਾਡੇ ਭਾ ਦੀ ਰੌਣਕ ਹੋਣੀ, ਤੁਹਾਡੇ ਭਾ ਦਾ ਇੱਥੇ ਬਹੁਤਾ ਇਕੱਠ ਵੱਟਣ, ਮੇਰੇ ਭਾ ਦਾ ਤਾਂ ਭਾਈ ਉਜਾੜ ਸੀ। ਇਉਂ ਕਹਿੰਦੇ ਨੇ, ਕਿਉਂ ਸਬੱਬ ਵੀ ਨਾਲ ਦੱਸਦੇ ਹਨ। ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਝੋਂ, ਦਿਸਦਾ ਉਜਾੜ ਹੈ ਸਾਈਂ ਦੇ ਪਿਆਰੇ ਬਾਝੋਂ।
वीर जै जहाँ फिरो कौतुक ठाव उठाए एक राम स्नेही बाहरा उजड़ मेरे पार। जिथे जिथे मैं फिरिया ਥਾਂ ਥਾਂ ਭਾਵੇਂ ਰਾਗ ਰੰਗ ਹੁੰਦੇ ਸਨ, ਜਲਸੇ ਮੁਜਰੇ ਹੁੰਦੇ ਸਨ, ਲੋਕਾਂ ਦਾ ਇਕੱਠ ਵੱਠ ਬਹੁਤ ਸੀ, ਪਰ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ, ਭਜਨ ਕਰਨ ਵਾਲਾ ਨਹੀਂ ਮਿਲਿਆ, ਜਿਸ ਤੋਂ ਬਿਨਾਂ ਮੇਰੇ ਭਾਦਾ ਤਾਂ ਉਹ ਗੁਵਸ ਹੋਣ ਦੇ ਬਾਵਜੂਦ ਵੀ ਉਜਾੜ ਸੀ। ਤਾਂ ਤੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਏ। ਉਹ ਥਾਂ ਪਵਿੱਤਰ ਸ਼ੋਭਨੀ ਜਿੱਥੇ ਪ੍ਰਭੂ ਦੀ ਯਾਦ, ਵਾਹਿਗੁਰੂ ਦਾ ਭਜਨ ਹੋਵੇ। ਗੁਰੂ ਬਾਬਾ ਜੀ ਨੇ ਬਾਰ-ਬਾਰ ਅਲਾਪ ਕੇ ਸ਼ਬਦ ਦਾ ਉਚਾਰਨ ਕੀਤਾ। ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਗਈ, ਜਗ੍ਹਾ ਨੂੰ, ਦਰਖਤਾਂ ਨੂੰ, ਪੰਛੀਆਂ ਨੂੰ, ਸਭ ਨੂੰ ਸ਼ੁੱਧੀ ਪਵਿੱਤਰਤਾ ਹਾਸਲ ਹੋਈ। ਸੋ ਸਮਾਪਤੀ ਸ਼ਬਦ ਦੀ ਹੋਣ 'ਤੇ ਮਰਦਾਨੇ ਨੇ ਰਬਾਬ ਰੱਖ ਦਿੱਤਾ। ਗੁਰੂ ਬਾਬਾ ਜੀ ਮਰਦਾਨਾ ਆਮੋ ਸਾਹਮਣੇ ਬੈਠੇ ਸਨ। ਜਿਸ ਤਰਫ ਗੁਰੂ ਬਾਬਾ ਜੀ ਦੀ ਪਿੱਠ ਸੀ, ਉਸ ਤਰਫ ਮਰਦਾਨੇ ਦਾ ਮੂੰਹ ਸੀ। ਹੋਰ ਜੰਗਲ ਬਿਆਬਾਨ ਸੀ। ਮਰਦਾਨੇ ਦੀ ਨਿਗਾਹ ਕੁਛ ਦੂਰ ਗਈ। ਇੱਕ ਦ੍ਰਿਸ਼ ਨਜ਼ਰ ਆਇਆ। ਇੱਕ ਮੁਰਦਾ ਪਿਆ, ਉਸ ਵੱਲ ਇੱਕ ਬਘਿਆੜ, ਤਾਮਸੀ ਜੋਨੀ ਦਾ ਜਾਨਵਰ, ਜਿਸ ਦਾ ਸਰੀਰ ਬਹੁਤ ਦੁਬਲਾ, ਕਿਰਸ਼ ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਹੈ ਭੁੱਖਾ ਹੋਣਾ ਬਹੁਤ। ਉਹ ਆ ਰਿਹਾ ਹੈ। ਉਸਨੇ ਪਹਿਲੇ ਆ ਕੇ ਉਸ ਮੁਰਦੇ ਦੇ 4 ਚੁਫੇਰੇ, ਕਈ ਪ੍ਰਕਰਮਾਂ ਕੀਤੀਆਂ ਨੇ, ਚੱਕਰ ਕੱਟੇ, ਵਾਪਸ ਹੋ ਗਿਆ। ਉਸਨੂੰ ਖਾਧਾ ਨਹੀਂ। ਕੁਛ ਕਦਮ ਵਾਪਸ ਚਲਾ ਗਿਆ, ਫਿਰ ਮੁੜਿਆ ਆਇਆ। ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਵੱਲੋਂ ਸੁੰਘਣਾ ਸ਼ੁਰੂ ਕਰ ਦਿੱਤਾ। ਪੈਰ ਸੁੰਘੇ, ਇਸੀ ਤਰ੍ਹਾਂ ਸਾਰਾ ਸਰੀਰ ਕਲਾ ਕਲਾ ਅੰਗ ਸੁੰਘਿਆ। ਫਿਰ ਨਹੀਂ ਖਾਧਾ, ਫਿਰ ਮੁੜ ਚੱਲਿਆ। ਇਸ ਕੌਤਕ ਨੂੰ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋਇਆ ਵੀ ਇਹ ਤਾਮਸੀ ਜੋਨੀ ਦਾ ਜਾਨਵਰ, ਇਹਦਾ ਖਾਜਾ ਹੀ ਮਾਂਸ ਹੈ। ਪਹਿਲੇ ਇਸਦੇ 4 ਚੁਫੇਰੇ ਫਿਰ ਕੇ ਮੁੜ ਗਿਆ, ਦੁਬਾਰਾ ਆਇਆ, ਇਸ ਦੇ ਸਾਰੇ ਸਰੀਰ ਦੇ ਅੰਗ ਸੁੰਘ ਸੁੰਘਾ ਕੇ ਮੁੜ ਗਏ, ਫਿਰ ਨਹੀਂ ਖਾਧਾ। ਇਸ ਗੱਲ ਵਿੱਚ ਕੋਈ ਭੇਦ ਹੈ। ਉਸਨੇ ਮਰਦਾਨੇ ਨੇ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ਼। ਹਜ਼ੂਰ ਦੇ ਪਿਛਲੇ ਪਾਸੇ ਇੱਕ ਕੌਤਕ ਦੇਖਿਆ, ਜਿਸ ਨੂੰ ਦੇਖ ਕੇ ਮੇਰੇ ਮਨ ਵਿੱਚ ਸ਼ੰਕਾ ਪੈਦਾ ਹੋ ਗਈ। ਆਪ ਕਿਰਪਾ ਕਰਕੇ ਨਿਵਰਤ ਕਰੋ। ਗੁਰੂ ਜੀ ਨੇ ਪੁੱਛਿਆ, ਕੀ ਸ਼ੰਕਾ ਮਰਦਾਨਿਆ? ਉਸਨੇ ਅਰਜ਼ ਕਰ ਦਿੱਤੀ, ਗਰੀਬ ਨਾ ਮੁਰਦਾ ਪਿਛਲੇ ਪਾਸੇ ਪਿਆ ਇੱਕ, ਉਸ ਵੱਲ ਇੱਕ ਬਘਿਆੜ ਬਹੁਤ ਦੁਬਲਾ, ਕਿਰਸ਼ ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਦੇਖਣ ਮਾਤਰ ਤੋਂ ਪ੍ਰਤੀਤ ਨਾ ਬੜਾ ਭੁੱਖਾ ਹੋਣਾ ਹੈ। ਉਹਦੇ ਪਹਿਲੇ 4 ਚੁਫੇਰੇ ਫਿਰ ਕੇ ਮੁੜ ਗਿਆ। ਵਾਪਸ ਜਾ ਕੇ ਕੁਛ ਕਦਮ ਜਾ ਕੇ ਫਿਰ ਮੁੜਿਆ ਆਇਆ। ਫਿਰ ਸਾਰੇ ਸਰੀਰ ਦੇ ਅੰਗ ਸੁੰਘੇ, ਫਿਰ ਨਹੀਂ ਖਾਧਾ, ਫਿਰ ਉਹ ਮੁੜਿਆ ਜਾ ਰਿਹਾ ਹੈ। ਆਪ ਅੰਤਰਜਾਮੀ ਸਰਬੱਗ ਤ੍ਰਿਕਾਲੀ, ਕਿਰਪਾ ਕਰਕੇ ਦੱਸੋ ਕੀ ਕਾਰਨ ਹੈ, ਕਿਉਂ ਇਸਨੇ ਇਸ ਨੂੰ ਨਹੀਂ ਖਾਧਾ? ਗੁਰੂ ਬਾਬਾ ਜੀ ਨੇ ਫਰਮਾਇਆ, ਮਰਦਾਨਿਆ, ਜੇ ਬਘਿਆੜ ਨੂੰ ਬੁਲਾਵੇਂ, ਉਸਦੀ ਜ਼ੁਬਾਨੀ ਸੁਣੇ ਤਾਂ ਬਹੁਤੀ ਚੰਗੀ ਗੱਲ ਹੈ। ਮਰਦਾਨੇ ਨੇ ਆਵਾਜ਼ ਦਿੱਤੀ, ਬਘਿਆੜ ਮੁੜਿਆ ਆਇਆ। ਗੁਰੂ ਬਾਬਾ ਜੀ ਦੇ ਹੁਕਮਾਂ ਤੋਂ 3 ਲੋਕਾਂ 14 ਫੌਲਾਂ ਵਿੱਚ ਬਾਹਰ ਕਿਹੜੀ ਗੱਲ ਹੋ ਸਕਦੀ ਸੀ? ਮੁੜਿਆ ਆਇਆ, ਸਿਰ ਨਵਾ ਕੇ ਬਹਿ ਗਿਆ। ਹੁਕਮ ਹੈ, ਪੁੱਛ ਲੈ। ਸੋ ਮਰਦਾਨੇ ਨੇ ਪੁੱਛਿਆ, ਬਾਈ ਤੇਰਾ ਸਰੀਰ ਬੜਾ ਦੁਬਲਾ, ਕਿਰਸ਼, ਭੁੱਖਾ ਪ੍ਰਤੀਤ ਹੁੰਦਾ ਹੈ, ਉਹ ਤੇਰਾ ਖਾਜਾ ਸੀ, ਤੂੰ ਉਸਨੂੰ ਖਾਧਾ ਕਿਉਂ ਨਾ? ਪਹਿਲੇ 4 ਚੁਫੇਰੇ ਫਿਰ ਕੇ ਮੁੜ ਗਿਆ, ਫਿਰ ਉਸਦੇ ਸਾਰੇ ਅੰਗ ਸੁੰਘ ਸੁੰਘਾ ਕੇ ਮੁੜ ਗਿਆ। ਇਸ ਗੱਲ ਵਿੱਚ ਕੀ ਭੇਦ ਹੈ? ਇਹ ਸੁਣ ਕੇ ਬਘਿਆੜ ਮਨੁੱਖੀ ਬੋਲੀ ਵਿੱਚ ਬੋਲਣ ਲੱਗਾ। ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਮਨੁੱਖੀ ਬੋਲੀ ਬੋਲਣ ਦੀ ਤਾਕਤ ਉਸਨੂੰ ਆਈ।
ਉਹ ਕਹਿੰਦਾ ਹੈ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ। 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੋਇਆ ਕਰਦੀ ਹੈ। ਤੇ ਜਿਸ ਵਕਤ ਤੂੰ ਰਬਾਬ ਵਜਾਉਂਦਾ ਸੈਂ, ਗੁਰੂ ਬਾਬਾ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰ ਹੋ ਰਿਹਾ ਸੀ, ਮੈਂ ਦੂਰੋਂ ਇਸ ਮੁਰਦੇ ਨੂੰ ਦੇਖਿਆ। ਦੇਖ ਕੇ ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਇਸ ਨੂੰ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ। ਪਰ ਸ਼ਬਦ ਮੇਰੇ ਕੰਨ ਦੁਆਰਾ ਹੋ ਕੇ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਤੇ ਪਵਿੱਤਰ ਕਰ ਗਿਆ। ਇਹ ਸ਼ੁੱਧੀ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ ਵੀ ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ, ਨਾਸਤਕ ਜਾਂ ਆਸਤਕ। ਨਾਸਤਕ ਰੱਬ ਦੀ ਹਸਤੀ ਤੋਂ ਮੁਨਕਰ, ਆਸਤਕ ਰੱਬ ਦੀ ਹਸਤੀ ਤੇ ਵਿਸ਼ਵਾਸ ਰੱਖ ਕੇ ਉਸਦੀ ਬੰਦਗੀ ਕਰਨ ਵਾਲਿਆਂ ਨੂੰ ਕਹਿੰਦੇ ਹਨ। ਨਾਸਤਿਕਤਾ ਸਭ ਪਾਪਾਂ ਦਾ ਮੂਲ ਹੈ, ਆਸਤਿਕਤਾ ਸਭ ਪੁੰਨਾਂ ਦਾ ਮੂਲ ਹੈ। ਸੋ ਇਉਂ ਮੈਨੂੰ ਇਤਨੀ ਸਮਝ ਆ ਗਈ ਵੀ ਇਹ ਮੁਰਦਾ ਜੋ ਪਿਆ ਹੈ ਆਪਣੀ ਜ਼ਿੰਦਗੀ ਵਿੱਚ ਨਾਸਤਕ ਰਿਹਾ, ਰੱਬ ਦੀ ਹਸਤੀ ਤੋਂ ਸਾਰੀ ਜ਼ਿੰਦਗੀ ਮੁਨਕਰ ਰਿਹਾ ਹੈ, ਕਦੇ ਵੀ ਰੱਬ ਦੀ ਹਸਤੀ ਤੇ ਵਿਸ਼ਵਾਸ ਨਹੀਂ ਲੈਂਦਾ। ਹਾਲਾਂਕਿ ਸਾਧ ਸੰਗਤ ਇਸ ਨੂੰ ਮੁਨਕਰ ਹੋਣ ਨੂੰ ਥਾਂ ਨਹੀਂ ਕੋਈ। ਜਿਵੇਂ ਪਾਣੀ ਦੀ ਇੱਕ ਬੂੰਦ ਕਹੇ ਵੀ ਸਮੁੰਦਰ ਤੇ ਨਕਾਲ ਨਹੀਂ ਹੋਇਆ, ਉਹਦਾ ਕਹਿਣਾ ਕਿਤਨਾ ਫਜ਼ੂਲ ਹੈ। ਇੱਕ ਜ਼ਰਾ ਰੇਤੇ ਦਾ ਕਹੇ ਟਿੱਬਾ ਤੇ ਨਕਾਲ ਨਹੀਂ ਹੋਇਆ, ਉਸਦਾ ਵੀ ਕਹਿਣਾ ਇਸੇ ਤਰ੍ਹਾਂ ਫਜ਼ੂਲ ਹੈ। ਇਸੀ ਤਰ੍ਹਾਂ ਇਹ ਜੀਵਾਤਮਾ ਪਰਮਾਤਮਾ ਦੀ ਅੰਸ਼ ਹੋਣ ਕਰਕੇ ਇਹ ਕਹੇ ਪਰਮਾਤਮਾ ਹੈ ਨਹੀਂ, ਇਹਦੀ ਉਹੀ ਜਿਹੀ ਭੁੱਲ ਹੈ ਜਿਵੇਂ ਉਹ ਪਾਣੀ ਦੀ ਬੂੰਦ ਦੀ ਔਰ ਰੇਤੇ ਦੇ ਜ਼ਰੇ ਦੀ। ਸੋ ਇਉਂ ਕਰਕੇ ਨਾ ਸਮਝ ਹੋਣ ਕਰਕੇ, ਬੁੱਧ ਉੱਪਰ ਅਗਿਆਨ ਦਾ ਭੁੱਲ ਦਾ ਪੜਦਾ ਪਿਆ ਹੋਣ ਕਰਕੇ ਇਸ ਗੱਲ ਤੋਂ ਮੁਨਕਰ ਹੈ। ਦਰਅਸਲ ਮੁਨਕਰ ਹੋਣ ਨੂੰ ਥਾਂ ਕੋਈ ਨਹੀਂ। ਅਸੀਂ ਜਿਤਨੇ ਸਾਰੇ ਹਾਂ ਆਤਮ ਸ਼ਹਿਜ਼ਾਦੇ ਹਾਂ, ਪਰਮਾਤਮਾ ਦੇ ਪੁੱਤਰ ਹਾਂ। ਭਾਵੇਂ ਕਿਵੇਂ ਵੀ ਇਹ ਸਰੀਰ ਸਾਨੂੰ ਥੋੜ੍ਹੀ ਦੇਰ ਵਾਸਤੇ ਮਿਲਿਆ ਹੋਇਆ ਹੈ, ਅਸੀਂ ਸਰੀਰ ਦੇ ਵਿੱਚ ਜਿਸ ਦੇ ਆਸਰੇ ਸਰੀਰ ਫਿਰਦਾ ਹੈ, ਜਿਸ ਨੂੰ ਉਰਦੂ ਵਿੱਚ ਰੂਹ ਕਹਿੰਦੇ ਨੇ, ਅੰਗਰੇਜ਼ੀ ਵਿੱਚ ਸੋਲ ਕਹਿੰਦੇ ਹਨ, ਆਮ ਅੱਖਾਂ ਵਿੱਚ ਜੀਵਾਤਮਾ ਕਹਿੰਦੇ ਹਨ, ਉਹ ਸਾਡਾ ਆਪਣਾ ਆਪਾ ਹੈ, ਆਪਣਾ ਸਰੂਪ ਹੈ। ਅਸੀਂ ਦੇਹ ਨਹੀਂ ਹਾਂ, ਅਸੀਂ ਜਿਸਮ ਨਹੀਂ ਹਾਂ। ਜਿਸਮ ਤਾਂ ਕੁਛ ਦੇਰ ਵਾਸਤੇ ਸਾਨੂੰ ਇਉਂ ਮਿਲੇ ਜਿਵੇਂ ਕਿਸੇ ਨੂੰ ਕੁਛ ਦੇਰ ਵਾਸਤੇ ਘੋੜਾ ਮਿਲ ਜਾਏ, ਉਸਦੀ ਯਾਤਰਾ ਕਰਨੀ ਹੋਵੇ ਤਾਂ ਉਸ ਤੋਂ ਖੁਸ਼ ਜਾਂਦਾ ਹੈ। ਇਸੀ ਤਰ੍ਹਾਂ ਸਰੀਰ ਸਾਤੋਂ ਫਿਰ ਲੈ ਲਿਆ ਜਾਏਗਾ। ਅਸੀਂ ਜੀਵਾਤਮਾ ਹਾਂ, 184 ਜੂਨ ਦਾ ਗੇੜਾ ਕੱਟ ਕੇ ਮਨੁੱਖ ਸਰੀਰ ਵਿੱਚ ਆਏ ਹਾਂ। ਮਨੁੱਖਾਂ ਦੇ ਦਾ ਪ੍ਰਭੂ ਪ੍ਰਾਪਤੀ ਵਾਸਤੇ ਖੁੱਲ੍ਹਾ ਦਰਵਾਜ਼ਾ, ਜਿਸ ਨੂੰ ਪਾ ਕੇ ਸਾਰੇ ਦੁੱਖਾਂ ਤੋਂ ਬਰੀ ਹੋਣਾ ਹੈ, ਜਨਮਾਂ ਜਨਮਾਂਤਰਾਂ ਦੇ ਬੰਧਨ ਕੱਟਣੇ ਹਨ, ਫਿਰ ਦੁੱਖਾਂ 'ਚ ਨਹੀਂ ਪੈਣਾ। ਇਹ ਮੌਕਾ ਹੈ, ਸਾਨੂੰ ਹਾਸਲ ਹੋਇਆ ਹੈ। ਇਸ ਮੌਕੇ ਨੂੰ ਇਉਂ ਗਵਾ ਦੇਣਾ ਭੁੱਲ ਵਿੱਚ, ਅਗਿਆਨ ਵਿੱਚ, ਅਤੇ ਇਦੋਂ ਵੱਧ ਕੇ ਹੋਰ ਮਹਾਂਪਾਪ ਕੀ ਹੁੰਦਾ ਹੈ। ਇਸ ਵਾਸਤੇ ਇਉਂ ਨਾਸਤਿਕ ਗਲਤੀ 'ਤੇ ਹੈ। ਆਸਤਿਕ ਪੁਰਸ਼ ਜਿਹੜੇ ਹਨ, ਜਿਹਨੂੰ ਸਮਝ ਹੈ ਵੀ ਅਸੀਂ ਪਰਮਾਤਮਾ ਦੇ ਅੰਸ਼ ਹਾਂ। ਕਹੋ ਕਬੀਰੇ ਰਾਮ ਕੀ ਅੰਸ਼, ਜਸ ਕਾਗਜ਼ ਪਰ ਮਿਟੇ ਨਾ ਮਨਸ। ਅਸੀਂ ਉਸ ਦੀ ਅੰਸ਼ ਹਾਂ, ਉਸ ਨੂੰ ਮਿਲਣਾ ਹੈ। ਇਸ ਮਾਨੁਖ ਤਨ ਦੇ ਵਿੱਚ ਬੰਦਗੀ ਕਰਕੇ ਉਸ ਦੇ ਵਿੱਚ ਅਭੇਦ ਹੋਇਆ ਜਾਂਦਾ ਹੈ। ਸੋ ਉਹ ਠੀਕ ਰਸਤੇ 'ਤੇ ਜਾਣ ਵਾਲੇ ਹਨ। ਸੋ ਇਉਂ ਉਹ ਵਿਗਿਆੜ ਕਹਿੰਦਾ ਹੈ, ਭਾਈ ਮਰਦਾਨਾ, ਇਹ ਜੋ ਮੁਰਦਾ ਪਿਆ ਹੈ ਆਪਣੀ ਜ਼ਿੰਦਗੀ ਵਿੱਚ, ਇਹ ਨਾਸਤਿਕ ਸੀ। ਮੈਂ ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਤਾਮਸੀ ਜੋਨੀ ਵਿੱਚ ਫਿਰ ਰਹੇ ਹਾਂ, ਬੜਾ ਦੁੱਖ ਪਾ ਰਹੇ ਹਾਂ। ਸੋ ਅਗਰ ਇਹੋ ਜਿਹੇ ਨਾਸਤਿਕ ਪੁਰਸ਼ ਦਾ, ਪਾਪੀ ਪੁਰਸ਼ ਦਾ ਮਾਂਸ ਖਾ ਲਿਆ ਤੇ ਮੇਰੇ ਵਾਸਤੇ ਕੋਈ ਨਵਾਂ ਨਰਕ ਨਾ ਤਿਆਰ ਹੋਵੇ। ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ, 18 ਵੱਡੇ ਵੱਡੇ, ਛੋਟੇ ਵੱਡੇ ਰਲ ਕੇ 84 ਬਣਦੇ ਹੈ। ਇਹ ਨਰਕ ਤਿਆਰ ਹਨ। ਜੇ ਕਿਤੇ ਇਹੋ ਜਿਹੇ ਪੁਰਸ਼ ਦਾ ਮਾਂਸ ਖਾ ਲਿਆ, ਐਸਾ ਨਾ ਹੋਵੇ ਮੇਰੇ ਵਾਸਤੇ ਕੋਈ ਹੋਰ ਨਵਾਂ ਹੀ ਨਰਕ ਤਿਆਰ ਹੋਵੇ। ਇਹ ਜਾਣ ਕੇ ਮੈਂ ਇਸ ਨੂੰ ਛੋੜ ਚੱਲ। ਫਿਰ ਭੁੱਖ ਚੂੰਕਿ ਡਾਢੀ ਲੱਗੀ ਸੀ, ਦੁਬਾਰਾ ਮੁੜ ਕੇ ਆ ਵੀ ਕੋਈ ਅੰਗ ਪਵਿੱਤਰ ਹੋਣਾ ਹੈ। ਕਿਸੇ ਭੁੱਲ ਚੁੱਕੇ ਸਤਸੰਗ ਵੀ ਚਲਾ ਗਿਆ ਹੋਵੇ, ਪੈਰੀਂ ਹੱਥੀਂ ਟਹਿਲ ਸੇਵਾ ਕਮਾਲੀ ਹੋਵੇ, ਇਸੀ ਤਰ੍ਹਾਂ ਸਾਰੇ ਅੰਗ ਮੈਂ ਸੁੰਘਣੇ ਸ਼ੁਰੂ ਕੀਤੇ। ਪਰ ਭਾਈ ਮਰਦਾਨਾ ਉੱਕਾ ਕੋਰਾ ਸੀ, ਇਸ ਕਰਕੇ ਮੈਂ ਇਸ ਦਾ ਮਾਂਸ ਨਹੀਂ ਖਾਧਾ ਹੈ। ਭੁੱਖ ਤਾਂ ਮੈਨੂੰ ਬੜੀ ਡਾਢੀ ਲੱਗੀ ਹੋਈ ਹੈ। ਜਦੋਂ ਇੰਨੀ ਗੱਲ ਉਸ ਬਗਿਆੜ ਨੇ ਕਹੀ ਤੇ ਗੁਰੂ ਬਾਬਾ ਜੀ ਫਰਮਾਉਂਦੇ, ਦੇਖਿਆ ਮਰਦਾਨਿਆ, ਉਹ ਭਗਤਹੀਨ
ਪੁਰਸ਼ ਨੂੰ ਇਹੋ ਜਿਹੇ ਤਾਮਸੀ ਜੋਨੀ ਦੇ ਜਾਨਵਰ ਵੀ ਕਿਹੋ ਜਿਹਾ ਬੁਰਾ ਸਮਝਦੇ ਹਨ। ਸਾਡੇ ਮਤ ਵਿੱਚ ਤਾਂ ਇਹਦੀ ਵਕਤ ਕੀ ਹੈ? ਇਹਨਾਂ ਕਹਿੰਦਿਆਂ ਹੋਇਆਂ ਫਰਮਾਇਆ ਗੁਰੂ ਜੀ ਨੇ ਮਰਦਾਨਿਆਂ, ਰਬਾਬ ਉਠਾ ਜ਼ਰਾ। ਮਰਦਾਨੇ ਰਬਾਬ ਉਠਾਇਆ। ਹਜ਼ੂਰ ਇਉਂ ਸਮਝਾਉਂਦੇ ਹੈ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ। ਭਗਤੀ ਤੋਂ ਹੀਣੇ ਜਿਹੜੇ, ਭਗਤੀ ਤੋਂ ਹੀਣੇ ਜਿਹੜੇ। ਭਗਤੀ ਤੋਂ ਹੀਣੇ ਜਿਹੜੇ, ਭਗਤੀ ਤੋਂ ਹੀਣੇ ਜਿਹੜੇ। ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ। भाई रे भगतहीन काहे जगे आया, पूरे गुर की सेवना कीनी बिरथा जन्म गवाया। भगतहीन पुरुष मानुख तन तार के क्यों संसार ते आया, जिसने पूरे गुरु की सेवा नहीं की थी, वाहिगुरु की भगती नहीं की थी, उसका मानुख तन तारिया व्यर्थ है। ਜਿਵੇਂ किसी ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਥਣਾਂ ਵਿੱਚ ਦੁੱਧ ਨਹੀਂ ਹੁੰਦਾ। ਦੁੱਧ ਤੋਂ ਬਿਨਾਂ ਜਿਵੇਂ ਉਹਨਾਂ ਥਣਾਂ ਦਾ ਹੋਣਾ ਬੇਅਰਥ ਮੰਨਿਆ, ਇਸੇ ਤਰ੍ਹਾਂ ਹੀ ਵਾਹਿਗੁਰੂ ਦੀ ਭਗਤੀ ਗੁਰੂ ਸੇਵਾ ਤੋਂ ਬਿਨਾਂ ਮਾਨੁਖ ਤਨ ਧਾਰਿਆ ਬੇਅਰਥ ਹੈ। ਸੋ ਇਉਂ ਕਹਿੰਦੇ ਮਰਦਾਨਿਆਂ, ਇਸ ਜੀਵਾਤਮਾ ਨੂੰ ਜਿਵੇਂ ਇੱਕ ਕਾਰੀਗਰ ਆਪਣੇ ਕਾਰਖਾਨੇ ਵਿੱਚ ਜਾ ਕੇ ਉਹਦੇ ਜਿਹੜੇ ਆਪਣੇ ਕੰਮਕਾਰ ਕਰਨ ਦੇ ਔਜ਼ਾਰ ਹਨ, ਟੂਲਸ ਹਨ, ਉਹਨਾਂ ਦੁਆਰਾ ਕੰਮ ਕਰਦੇ ਲਾਭ ਉਠਾਉਂਦਾ ਹੈ। ਜਾਂ ਜ਼ਮੀਨਦਾਰ ਆਪਣੇ ਖੇਤ ਵਿੱਚ ਜਾ ਕੇ ਖੇਤੀਪਤੀ ਦੇ ਜਿਹੜੇ ਉਸਦੇ ਔਜ਼ਾਰ ਹਨ, ਉਹਨਾਂ ਦੁਆਰਾ ਕੰਮ ਕਰਦਾ ਹੈ, ਲਾਭ ਉਠਾਉਂਦਾ। ਇਸੇ ਤਰ੍ਹਾਂ ਜੀਵਾਤਮਾ ਰੂਪੀ ਜ਼ਮੀਨਦਾਰ ਜਾਂ ਕਾਰੀਗਰ, ਇਹ ਸਥੂਲ ਸਰੀਰ ਇਹਦਾ ਕਾਰਖਾਨਾ ਹੈ। ਇਸ ਦੇ ਵਿੱਚ ਪੰਜ ਕਰਮ ਇੰਦਰੀ, ਗਿਆਨ ਇੰਦਰੀ, ਮਨ, ਬੁੱਧ ਆਦਿ ਇਹ ਟੂਲਸ ਹਨ, ਔਜ਼ਾਰ ਹਨ। ਇਹਨਾਂ ਦੁਆਰਾ ਇਸਨੇ ਭਗਤੀ ਕਰਨੀ ਹੈ। ਪੈਰੀਂ ਚੱਲ ਕੇ ਸਤਸੰਗ ਵਿੱਚ ਜਾਣਾ ਹੈ, ਹੱਥੀਂ ਟਹਿਲ ਸੇਵਾ ਕਮਾਉਣੀ ਹੈ, ਸਿਰ ਗੁਰੂ ਚਰਣੀ ਨਿਵਾਉਣਾ ਹੈ, ਨੇਤਰ ਨਾਲ ਗੁਰੂ ਕੇ ਦੀਦਾਰ ਕਰਨੇ ਹਨ, ਕੰਨਾਂ ਕਰਕੇ ਵਾਹਿਗੁਰੂ ਦਾ ਜਸ ਸੁਣਨਾ ਹੈ, ਜਵਾਨ ਕਰਕੇ ਵਾਹਿਗੁਰੂ ਦਾ ਜਸ ਕਰਨਾ ਹੈ, ਸ਼ੀਤਰਾ ਮਨ ਕਰਕੇ ਭਗਤੀ ਦਾ ਸੰਕਲਪ ਕਰਨਾ ਹੈ, ਬੁੱਧ ਕਰਕੇ ਬ੍ਰਹਮ ਵਿਚਾਰ ਕਰਨੀ ਹੈ। ਇਉਂ ਇਹਨਾਂ ਨੂੰ ਇਸ ਪਰਮਾਰਥਕ ਮਾਰਗ 'ਤੇ ਲਗਾਉਣਾ, ਇਉਂ ਕਹਿ ਲਓ ਗੁਰਮਤ ਦੇ ਅਨੁਸਾਰ ਚਲਾਉਣਾ ਹੈ। ਜਿਹੜੇ ਇਉਂ ਕਰਦੇ ਹਨ ਉਹ ਮਨੁੱਖਤਾ ਨੂੰ ਸਫਲਾ ਕਰ ਲੈਂਦੇ ਹਨ। ਜਿਹੜੇ ਇਸ ਮਾਰਗ 'ਤੇ ਨਹੀਂ ਆਉਂਦੇ, ਇਹਨਾਂ ਨੂੰ ਦੂਸਰੇ ਰਸਤੇ 'ਤੇ ਚਲਾਉਂਦੇ ਹਨ,
ਉਹ ਆਪਣੇ ਮਾਨੁਖ ਸਰੀਰ ਨੂੰ ਵਿਅਰਥ ਗਵਾ ਲੈਂਦੇ ਨੇ। ਉਹਨਾਂ ਦਾ ਆਉਣਾ ਵਿਅਰਥ ਹੈ। ਬਲਕਿ ਗੁਰੂ ਜੀ ਫਰਮਾਉਂਦੇ ਮਰਦਾਨੇ ਆ, ਜਿਨ੍ਹਾਂ ਪੈਰਾਂ ਨਾਲ ਚੱਲ ਕੇ ਸਤਸੰਗ ਵਿੱਚ ਨਹੀਂ ਜਾਇਆ ਜਾਂਦਾ, ਬਲਕਿ ਖੋਟੀ ਥਾਵੀਂ ਜਾਇਆ ਜਾਂਦਾ ਹੈ। ਉਹਨਾਂ ਪੈਰਾਂ ਨਾਲੋਂ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ। ਜਿਨ੍ਹਾਂ ਹੱਥਾਂ ਦੇ ਨਾਲ ਟਹਿਲ ਸੇਵਾ ਨਹੀਂ ਕਮਾਈ ਜਾਂਦੀ, ਕੁਛ ਬੁਰਾਈ ਕੀਤੀ ਜਾਂਦੀ ਹੈ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਅੱਛੀਆਂ ਹਨ। ਜਿਨ੍ਹਾਂ ਕੰਨਾਂ ਕਰਕੇ ਨਿੰਦਿਆ, ਚੁਗਲੀ, ਝੂਠ ਮੂਠ, ਖਿੱਚ ਪਿੱਚ ਸੁਣਿਆ ਜਾਂਦਾ ਹੈ, ਬਲਕਿ ਪ੍ਰਭੂ ਦਾ ਜਸ ਨਹੀਂ ਸੁਣਿਆ ਜਾਂਦਾ, ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ ਹਨ। ਜਿਨ੍ਹਾਂ ਨੇਤਰਾਂ ਕਰਕੇ ਖੋਟੀ ਨਿਗਾਹੀਤਾ ਦੇਖਦਾ ਹੈ, ਪਰ ਵਾਹਿਗੁਰੂ ਆਪਣੇ ਇਸ਼ਟ ਦੇ ਪ੍ਰਭੂ ਦੇ ਦੀਦਾਰ ਨਹੀਂ ਕਰਦਾ, ਉਹਨਾਂ ਅੱਖਾਂ ਦੇ ਨਾਲੋਂ ਮੋਰ ਦੇ ਖੰਭਾਂ 'ਤੇ ਟਿੱਕੀਆਂ ਭਰੀਆਂ ਹਨ। ਜਿਸ ਜ਼ੁਬਾਨ ਦੇ ਨਾਲ ਨਿੰਦਿਆ, ਚੁਗਲੀ, ਝੂਠ ਮੂਠ, ਖਿੱਚ ਪਿੱਚ ਤਾਂ ਸਾਰਾ ਦਿਨ ਰਾਤ ਬੋਲਦਾ ਹੈ, ਪਰ ਵਾਹਿਗੁਰੂ ਦਾ ਜਸ ਨਹੀਂ ਕਰਦਾ, ਉਹ ਜ਼ੁਬਾਨ ਨਾਲੋਂ ਮੇਂਢਕ ਡੱਡੂ ਦੀ ਜ਼ੁਬਾਨ ਚੰਗੀ ਹੈ। ਜਿਹੜਾ ਸਿਰ ਗੁਰੂ ਦੇ ਚਰਣੀ ਨਹੀਂ ਨਿਵਦਾ, ਭਾਵੇਂ ਹੀਰੇ ਲਾਲ ਜਵਾਹਰ ਆਦਿ ਮੁਕਟਾਂ ਦੇ ਸੰਯੁਕਤ ਵੀ ਕਿਉਂ ਨਾ ਹੋਵੇ, ਉਹ ਭਾਰ ਰੂਪ ਹੈ। ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ, ਹਿਰਦਾ ਪੱਥਰ ਤੇ ਸ਼ੂਨ ਹੈ। ਸਾਰਾ ਸਰੀਰ ਦੇ ਅੰਗ ਹੀ ਨਿਸ਼ਫਲ ਵਿਅਰਥ ਹਨ। ਜੇ ਇਹਨਾਂ ਨੂੰ ਸੇਵਾ ਭਗਤੀ ਵਿੱਚ ਨਾ ਲਗਾਇਆ ਜਾਵੇ ਤਾਂ ਤੇ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮਨੁੱਖ ਤਨ ਧਾਰਿਆ ਵਿਅਰਥ ਹੈ, ਆਉਣਾ ਨਿਸ਼ਫਲ ਹੈ। ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਕਾਹੇ ਜਗ ਆਏ ਨੇ ਭਗਤੀ ਤੋਂ ਹੀਣੇ ਜਿਹੜੇ, ਮਾਨੁਖ ਤਨ ਧਾਰਿਆ ਭਗਤੀ ਸੇਵਾ ਤੋਂ ਬਿਨਾਂ ਬੇਅਰਥ ਹੈ। ਸੋ ਗੁਰੂ ਜੀ ਫਰਮਾਉਂਦੇ ਹਨ, ਆਵਨੇ ਆਏ ਸਿਸ਼ਟ ਮੇਂ ਬਿਨ ਬੂਝੇ ਪਸ਼ੂ ਠੋਰ। ਮਨੁੱਖ ਸਰੀਰ ਵਿੱਚ ਇਹ ਦੁਨੀਆ ਵਿੱਚ ਆ ਗਏ, ਪਰ ਬਿਨ ਵਾਹਿਗੁਰੂ ਦੀ ਭਗਤੀ ਤੇ ਹੈਵਾਨ ਹੀ ਨਹੀਂ, ਮੇਰੇ ਉੱਪਰ ਹੈਵਾਨ ਹੀ ਨਹੀਂ ਬਲਕਿ ਮਰੇ ਹੋਏ ਹੈਵਾਨ ਹਨ। ਠੋਰ ਮਰੇ ਪਸ਼ੂ ਦਾ ਨਾਂ ਹੈ, ਜਾਂ ਠੋਰ ਉਹਨਾਂ ਨੂੰ ਵੀ ਕਹਿ ਦਿੱਤਾ ਜਾਂਦਾ ਰਾਤ ਨੂੰ
ਨੀਰਾ ਚਾਰਾ ਪਸ਼ੂਆਂ ਨੂੰ ਪਾਈਂਦਾ, ਗਾਈਆਂ ਮੱਝਾਂ ਬੈਲਾਂ ਨੂੰ ਬਚ ਰਹਿੰਦਾ ਉਹਨੂੰ ਰੂੜੀਆਂ 'ਤੇ ਸੁੱਟ ਦਿੱਤਾ ਜਾਂਦਾ। ਉਹਨੂੰ ਕੌਣ ਚਰਦਾ? ਖੋਤੇ। ਉਹਨਾਂ ਨੂੰ ਵੀ ਢੋਰ ਕਿਹਾ ਜਾਂਦਾ ਹੈ। ਇਹੋ ਜਿਹਾ ਦਰਜਾ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਗੁਰੂ ਜੀ ਦਿੰਦੇ ਹਨ। ਆਵਣ ਨੂੰ ਜੱਗ ਵਿੱਚ ਆ ਗਏ ਨੇ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਬਿਨ ਬੂਝੇ ਪਸ ਢੋਰ। ਆਵਣ ਨੂੰ ਜੱਗ ਵਿੱਚ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਬਿਨ ਬੂਝੇ ਪਸ ਢੋਰ। ਆਵਣ ਨੂੰ ਜੱਗ ਵਿੱਚ, ਆਵਣ ਨੂੰ ਜੱਗ ਵਿੱਚ ਆ ਗਏ ਨੇ, ਮਾਨੁਖ ਤਨ ਧਾਰ ਕੇ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਇਉਂ ਗੁਰਬਾਣੀ ਦਾ ਫਰਮਾਨ, ਯਾਨੀ ਗੁਰੂ ਜੀ ਦਾ ਫਰਮਾਨ ਹੈ। ਤਾਂ ਤੇ ਜਿਨ੍ਹਾਂ ਲੋਕਾਂ ਦੇ ਦਿਲਾਂ ਵਿੱਚ ਇਹ ਸ਼ੱਕ ਪੈਦਾ ਹੁੰਦਾ, ਆਪਣੇ ਮਨ ਦੀ ਮਤ ਦੁਆਰਾ ਵੀ ਮਾਨੁਖ ਤਨ 4 ਦਿਹਾੜੇ ਇਸ਼ਰਤ ਵਾਸਤੇ ਮਿਲਿਆ ਹੈ, ਖਾਓ ਪੀਏ ਤੋਂ ਵੱਧ ਕੇ ਹੋਰ ਜ਼ਿਆਦਾ ਕਿਆ ਹੈ? ਉਹਨਾਂ ਦਾ ਜਵਾਬ ਇਉਂ ਗੁਰੂ ਜੀ ਨੇ ਦਿੱਤਾ ਹੈ। ਹੁਣ ਚੂੰਕਿ ਸਮਾਂ ਨਹੀਂ ਇਜਾਜ਼ਤ ਦਿੰਦਾ, ਗੁਰੂ ਅਸਤੋਤਰ ਪੜ੍ਹੋ। ਧਨ ਹੈ, ਧਨ ਹੈ, ਧਨ ਹੈ ਗੁਰੂ ਨਾਨਕ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅੰਗਦ ਸਾਹਿਬ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਮਰਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਰਾਮਦਾਸ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਅਰਜਨ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਹਰਗੋਬਿੰਦ ਸਾਹਿਬ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਰਾਏ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਜੀ, ਧਨ ਹੈ। ਧਨ ਹੈ, ਧਨ ਹੈ, ਧਨ ਹੈ ਗੁਰੂ ਤੇਗ ਬਹਾਦਰ, ਧਨ ਹੈ।
ਧਨ ਹੈ ਧਨ ਹੈ ਧਨ ਹੈ ਗੁਰੂ ਗ੍ਰੰਥ ਸਾਹਿਬ ਜੀ ਧਨ ਹੈ। ਧਨ ਹੈ ਧਨ ਹੈ ਧਨ ਹੈ ਫਿਰ ਪੰਥ ਖਾਲਸਾ ਧਨ ਹੈ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਕ੍ਰਿਸ਼ਨਾ ਲੱਗੇਗਾ ਬੋਲ ਪਿਆਰਿਆ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਬੋਲ ਕਦੇ ਨਾ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਿਨਾਮ ਸ੍ਰੀ ਵਾਹਿਗੁਰੂ ਬੋਲ, ਸਤਿਨਾਮ ਸ੍ਰੀ ਵਾਹਿਗੁਰੂ ਬੋਲ। ਹੁਣ ਅਰਦਾਸ ਵਾਸਤੇ ਸਾਵਧਾਨ ਹੋ। ਤੂੰ ਠਾਕੁਰ तीने ताप निवारण हारा दुख हंता सुख रास। ताको विघ्न न को लागै जाकी प्रभ आगे अरदास। एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई ध्याए। फिर अंगद गुर ते अमरदास रामदासें होई सहाय। अर्जन हर गोबिंद नू सिमरो श्री हर राय। श्री हर कृष्ण ध्याइए जिस डिठे सब दुख जाए।
गुरु तेग बहादुर सिमरिए खर नौ निध आवे धाए सब थाई होए सहाय। दसवें पातशाह श्री गुरु गोबिंद सिंह साहिब जी सब थाई होए सहाय। श्लोक महला दूजा। आपे जाने करे आप आपे आने रास तिसे अगै नानका खलै कीचे अरदास। सत श्री अकाल पुरख जी का ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਚੌਹਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਛਕਿਆ ਧਰਮ ਹੈ ਸੀਸ ਦਿੱਤੇ ਚਰਖੀਆਂ ਤੇ ਚੜੇ ਬੰਦ ਬੰਦ ਕੁਟਵਾਏ ਸਿਦਕ ਨਹੀਂ ਹਾਰਿਆ। ਤਿੰਨਾਂ ਸਚਿਆਰਿਆਂ ਪਿਆਰਿਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਨਾਮਦਾਨ ਭਰੋਸਾ ਦਾਨ ਦਾਨਾ ਸਿਰਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਸੱਚੇ ਪਾਤਸ਼ਾਹ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ। हे ਕਰਣਾ ਨਿਧਾਨ ਸਤਿਗੁਰੂ ਜੀਓ ਆਪ ਜੀ ਦੇ ਹਜ਼ੂਰ ਰਾਤਰੀ ਦੇ ਦੀਵਾਨ ਸਜਾਏ ਹਨ ਕੀਰਤਨ ਵਖਿਆਨ ਹੋਏ ਹਨ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਅੱਗੇ ਵਾਸਤੇ ਸੁੱਧ ਸਪਸ਼ਟ ਕੀਰਤਨ ਵਖਿਆਨ ਕਰਨ ਦਾ ਵੱਲ ਬਖਸ਼ੋ। हे ਮਿਹਰਬਾਨ ਗੁਰਬਾਣੀ ਦੁਆਰਾ ਵਿਚਾਰਾਂ ਕੀਤੀਆਂ ਹਨ ਇਹਨਾਂ ਦਾ ਪ੍ਰਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸਾਓ। ਆਈ ਸੰਗਤ ਦੀ ਹਾਜ਼ਰੀ ਆਪ ਜੀ ਦੇ ਦਰ ਤੇ ਪ੍ਰਵਾਨ ਕਰੋ ਨਾਮਦਾਨ ਸਿੱਖੀ ਦਾਨ ਭਰੋਸਾ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ ਸੀਤ ਪ੍ਰਸ਼ਾਦ ਸਾਧ ਸੰਗਤ ਕੋ ਮਿਲੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਦਿਕ ਤੋਂ ਬਚਾ ਕੇ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਦੀ ਪ੍ਰੀਤ ਬਖਸ਼ੋ ਸੇਈ ਪਿਆਰੇ ਮੇਲ। ਜਿੰਨਾ ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ ਚਿਤ ਆਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਮੋਲੇ ਸੋਨਿਹਾ। अरदास हमारी जियो पिंड सब तेरा कहो नानक सब तेरी वडियाई कोई नाम न जाने मेरा धन गुरु गरीब निवास सोरठ महला पंजवा धन धन श्री गुरु अर्जन देव महाराज जियो अविनाशी जीवन को दाता सिमरत समल खोई गुण निधान भगतन को बर्तन बिरला पावे कोई अविनाशी जीवन को दाता सिमरत
सब मल खोई गुण निधान भगतन को वर्तन बिरला पावे कोई मेरे मन जप गुरु गोपाल प्रभु सोई जाकी शरण पया सुख पाइय बहुड़ दुख ना होई रहो वड भागी साध संग परापत तिन भेटत दुर्मत खोई तिनकी धूर नानक दास बाछै जिन हर नाम हृदय परोई वड भागी साध संग परापत तिन भेटत दुर्मत खोई तिनकी धूर नानक दास बाछै जिन हर नाम हृदय पर